ਪੈਸਾ ਕਮਾਇਆ ਵਾਪਸ ਆਏ ਆ ਤੇ ਖੇਤੀ ਕਰਨ ਲੱਗ ਪਏ ਆ। ਪਰ ਯੈਸ ਇਹ ਦੇਖ ਕੇ ਤਕਲੀਫ ਬਹੁਤ ਹੁੰਦੀ ਆ ਜੀ, ਇੱਥੇ ਜ਼ਹਿਰਾਂ ਖਾਈ ਜਾਂਦੇ ਆ, ਉਹੀ ਬੀਜੀ ਜਾਂਦੇ ਉਹੀ ਖਾਈ ਜਾਂਦੇ ਅਸੀਂ। ਕਿਆ ਬਾਤ ਹੈ, 1100 ਰੁਪਏ ਕਿਲੋ ਗੁੜ ਵਿਕਦਾ ਹੋਣਾ ਹੈ। ਜੀ 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 ਹਿਸਾਬ ਲਾ ਲਓ ਵੀ ਜਿਹਨੇ ਪੈਸੇ ਪੇ ਕਰਨੇ ਆ, ਜਿਹਨੂੰ ਪਤਾ ਆ ਵੀ ਮੈਂ ਇਹ ਕੀ ਚੀਜ਼ ਖਰੀਦ ਰਿਹਾ ਆ, ਇਹਦੇ ਬਾਹਰਲਾ ਪੈਸਾ ਆ ਨਾ, ਇਹ ਤਾਂ ਸਦਾਈ ਹੋ ਗਿਆ, ਐਂ ਹੋ ਗਿਆ ਨਾ। ਵੈਸੇ ਚਲੋ ਮੂੰਹ ਤੇ ਤਾਂ ਨਹੀਂ ਲੋਕ ਕਹਿੰਦੇ, ਪਰ ਪਤਾ ਲੱਗ ਜਾਂਦਾ ਨਾ, ਤੇ ਉਹ ਚੀਜ਼ਾਂ ਬੂਸਟ ਦਿੰਦੀਆਂ ਸਗੋਂ। ਇੱਕ ਵਾਰੀ ਦਿਲ ਯਾਨੀ ਬਿਲਕੁਲ ਹੀ ਟੁੱਟ ਗਿਆ ਸੀ ਦੇਖ ਕੇ, ਜਦੋਂ ਵੀ ਘਾਹ ਹੀ ਘਾਹ ਦਿਸਦਾ ਸੀ ਸਾਰਾ। ਤੇ ਉਦੋਂ ਬਾਅਦ ਜਦੋਂ ਦੁਬਾਰਾ ਫੇਰ ਉੱਠ ਕੇ ਬੰਦਾ ਖੜਾ ਹੋਇਆ ਹੋਵੇ ਤੇ ਫਿਰ ਮਿਹਨਤ ਦਾ ਸਭ ਤੋਂ ਵੱਡਾ ਤਾਂ ਇਹ ਆ, ਇੱਥੋਂ ਰਿਲੀਫ ਆਈ। ਟੈਨਸ਼ਨ ਜਿਹੜੀ ਆ ਨਾ ਉੱਥੇ ਬਹੁਤ ਜ਼ਿਆਦਾ ਆ। ਸਭ ਕੁਝ ਹੁੰਦਿਆਂ ਹੋਇਆਂ ਵੀ ਇੱਕ ਤੁਸੀਂ ਘੁਟਨ ਜੀ 'ਚ ਰਹਿੰਦੇ ਆ ਉੱਥੇ ਨਾ। ਅਮਰੀਕਾ ਵਾਲੇ ਪਾਸੇ ਜਾਣਾ ਫਿਰ ਗੁੜ ਹੁਣ? ਹਾਂਜੀ, ਉਹ ਕੱਲ ਭੇਜ ਆਏ ਅਸੀਂ 20 ਕਿਲੋ ਉਹਨਾਂ ਨੂੰ ਸੈਂਪਲ ਦੇ ਤੌਰ ਤੇ ਗਿਆ ਆ, ਤੇ ਹੋਪਫੁਲੀ ਚਲੋ ਦੇਖੋ ਉਹਨਾਂ ਨੂੰ ਜੇ ਪਸੰਦ ਆਇਆ ਤਾਂ ਹੋਰ ਵੀ ਆਰਡਰ ਆਉਣਗੇ। ਪਿਓਰਟੀ ਦੀ ਗਰੰਟੀ ਆਈ। ਹਾਂਜੀ, ਜਿਸ ਦਿਨ ਤੋਂ ਇਸ ਖੇਤ 'ਚ ਵੜੇ ਆ, ਇੱਕ ਤਬਕਾ ਵੀ ਕਿਸੇ ਯਾਨੀ ਯੂਰੀਆ ਦਾ ਜਾਂ ਕਿਸੇ ਵੀ ਹੋਰ ਕੈਮੀਕਲ ਦਾ ਨਹੀਂ ਅਸੀਂ ਵਰਤਦੇ। ਵੀ ਇੱਕ ਬੰਦਾ ਕੈਨੇਡਾ ਛੱਡ ਕੇ ਸਾਡੇ ਸਿਰ ਤੇ ਇੱਥੇ ਆ ਗਿਆ, ਤੇ ਜੇ ਹੁਣ ਇਹਨਾਂ ਨਾਲ ਨਹੀਂ ਖੜੋਗੇ, ਇਹਦਾ ਸਮਾਨ ਵੱਡੇ ਪੱਧਰ ਤੇ ਨਹੀਂ ਖਰੀਦੋਗੇ, ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹਦੇ ਸਮਾਨ ਦੀ ਗੱਲ ਨਹੀਂ ਲੈ ਕੇ ਜਾਓਗੇ, ਤੇ ਫਿਰ ਤਾਂ ਬਈ ਆਪਣਾ ਕਸੂਰ ਹੋਊਗਾ ਨਾ ਜੀ ਇਹ ਵਾਪਸ ਜਾਊਗਾ। ਠੀਕ ਹੈ, ਇਹਨੂੰ ਵਾਪਸ ਨਹੀਂ ਜਾਣ ਨਹੀਂ ਦੇਣਾ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਪਿੰਡ ਕਿਲੀ ਗਾਂਦਰਾਂ ਦੇ ਵਿੱਚ ਅੱਜ ਖੜੇ ਹਾਂ, ਚੜ੍ਹਦੀ ਕਲਾਂ ਆਰਗੈਨਿਕ ਫਾਰਮਿੰਗ। ਤੁਸੀਂ ਸੋਚਦੇ ਹੋਵੋਗੇ ਕਿ ਅੱਗੇ ਵੀ ਆਰਗੈਨਿਕ ਫਾਰਮ ਜਿਹੜੇ ਆ ਉਹ ਬੜੇ ਲਿਆਂਦੇ ਆ, ਪਰ ਅੱਜ ਦੀ ਕਹਾਣੀ ਜਿਹੜੀ ਆ ਉਹ ਕੁਝ ਵੱਖਰੀ ਆ। ਵੱਖਰੀ ਕਿਉਂ ਆ? ਜਿਹੜੀਆਂ ਜ਼ਮੀਨਾਂ ਵੇਚ ਕੇ ਸਾਡੀ ਨੌਜਵਾਨੀ ਜਿਹੜੀ ਆ ਉਹ ਬਾਹਰਲੇ ਮੁਲਕਾਂ ਵੱਲ ਰੁੱਖ ਕਰਦੀ ਆ, ਪਰ ਇਸ ਆਰਗੈਨਿਕ ਫਾਰਮ ਦਾ ਜਿਹੜਾ ਕਿਸਾਨ ਆ ਉਹਨੇ ਬਾਹਰਲੇ ਮੁਲਕ ਨੂੰ ਛੱਡ ਕੇ ਇੱਥੇ ਆਇਆ। ਜਿਹੜੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਨੇ ਤਾਂ ਉਹ ਇਸੇ ਜ਼ਮੀਨ ਦੇ ਵਿੱਚੋਂ ਹੀ ਜਿਹੜਾ ਹੈਗਾ ਉਹ ਕਮਾਈ ਕਰ ਰਿਹਾ ਆ, ਆਰਗੈਨਿਕ ਢੰਗ ਦੇ ਨਾਲ। ਵੱਡੀ ਗੱਲ, ਰੇਹਾਂ ਸਪਰੇਹਾਂ ਤੋਂ ਮੁਕਤ, ਜ਼ਹਿਰ ਮੁਕਤ। ਜਦੋਂ ਬਾਈ ਦੇ ਨਾਲ ਆਫ ਦੀ ਰਿਕਾਰਡ ਗੱਲ ਕੀਤੀ ਤਾਂ ਬਾਈ ਕਹਿੰਦਾ ਕਿ ਮੁੜਨ ਦਾ ਮੁੱਖ ਕਾਰਨ ਹੀ ਇਹ ਰਿਹਾ ਕਿ ਪੰਜਾਬ ਦੇ ਵਿੱਚ ਜ਼ਹਿਰਾਂ ਦੀ ਵਰਤੋਂ ਜਿਹੜੀ ਆ ਉਹ ਬੜੀ ਹੋ ਰਹੀ ਆ, ਤੇ ਉਹੀ ਜ਼ਹਿਰਾਂ ਉਸ ਤੋਂ ਬਾਅਦ ਸਾਡੇ ਘਰਾਂ ਤੱਕ ਪਹੁੰਚਦੀਆਂ ਨੇ। ਤਾਂ ਮੈਂ ਸੋਚਿਆ ਜਿੰਨੀ ਕੁ ਮੈਂ ਕਰ ਸਕਦਾ, ਜਿੰਨਾ ਕੁ ਮੈਂ ਜਿਹੜਾ ਹੈਗਾ ਕਰ ਸਕਦਾ, ਉਨਾ ਕੁ ਤਾਂ ਮੈਂ ਜ਼ਰੂਰ ਕਰਾਂ। ਬਾਈ ਰਤਿੰਦਰਪਾਲ ਸਿੰਘ ਸਾਡੇ ਨਾਲ ਹੋਣਗੇ, ਦਬੜੀ ਖਾਨਾ ਸਾਹਿਬ ਹੋਣਗੇ, ਸੋ ਗੱਲਬਾਤ ਬਾਈ ਹੋਰਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ, ਇੱਕ ਗੱਲ ਬੜੀ ਅਲੱਗ ਲੱਗੀ ਜਦੋਂ ਮੈਨੂੰ ਦਬੜੀ ਖਾਨਾ ਸਾਹਿਬ ਨੇ ਤੁਹਾਡੀ ਸਟੋਰੀ ਮੇਰੇ ਨਾਲ ਸਾਂਝੀ ਕਰੀ। ਤਾਂ ਜਿਹੜੀਆਂ ਜ਼ਮੀਨਾਂ ਵੇਚ ਕੇ ਸਾਡੀ ਨੌਜਵਾਨੀ ਜਿਹੜੀ ਆ ਬਾਹਰਲੇ ਮੁਲਕਾਂ ਵੱਲ ਰੁੱਖ ਕਰਦੀ ਆ, ਕੈਨੇਡਾ ਅਮਰੀਕਾ ਵੱਲ ਰੁੱਖ ਕਰਦੀ ਆ, ਤੁਸੀਂ ਉਸੇ ਕੈਨੇਡਾ ਨੂੰ ਛੱਡ ਕੇ ਪੰਜਾਬ ਦੇ ਵਿੱਚ ਆਏ ਹੋ, ਤੇ ਜਿਹੜੀਆਂ ਜ਼ਮੀਨਾਂ ਵੇਚਦੇ ਨੇ ਉਹੇ ਧਰ 'ਤੇ ਖੇਤੀ ਕਰਨ ਲੱਗ ਪਏ। ਮੈਂ ਵੀਰ ਜੀ ਕੁਛ ਨਵਾਂ ਤਾਂ ਕੀਤਾ ਨਹੀਂ। ਪੰਜਾਬੀ ਪਹਿਲਾਂ ਵੈਸੇ ਗਏ ਤਾਂ ਇਸੇ ਕਰਕੇ ਹੀ ਸੀ ਨਾ, ਵੀ ਅਸੀਂ ਸੋਨਾ ਵੀ ਪੈਸਾ ਕਮਾਈਏ ਤੇ ਵਾਪਸ ਆਈਏ, ਤੇ ਉਹੀ ਮਹਾਰਾਜ ਨੇ ਮੇਰੇ ਤੋਂ ਕਰਵਾਇਆ ਜੀ। ਪੈਸਾ ਕਮਾਇਆ ਵਾਪਸ ਆਏ ਆ ਤੇ ਖੇਤੀ ਕਰਨ ਲੱਗ ਪਏ ਆ। ਪਰ ਯੈਸ ਇਹ ਦੇਖ ਕੇ ਤਕਲੀਫ ਬਹੁਤ ਹੁੰਦੀ ਆ ਜੀ, ਇੱਥੇ ਜ਼ਹਿਰਾਂ ਖਾਈ ਜਾਂਦੇ ਆ, ਉਹੀ ਬੀਜੀ ਜਾਂਦੇ ਉਹੀ ਖਾਈ ਜਾਂਦੇ ਅਸੀਂ। ਤੇ ਕੁਛ ਨਾ ਕੁਛ ਕੀਤਾ ਜਾਵੇ ਤਾਂ ਜੋ ਅਸੀਂ ਖੇਤੀ ਦੇ ਵਿੱਚ ਕੋਈ ਵਿਭਿੰਨਤਾ ਲਿਆਈਏ, ਤਾਂ ਕਿ ਅਸੀਂ ਜ਼ਹਿਰਾਂ ਚੋਂ ਨਿਕਲ ਸਕੀਏ। ਅੱਛਾ, ਇਹ ਕਿਉਂ ਸੋਚਿਆ ਕਿ ਕੁਦਰਤੀ ਖੇਤੀ ਕਹਿੰਦੇ ਨੇ, ਕਿਹੜੀ ਕੁਦਰਤੀ ਖੇਤੀ ਆ ਜਿਹੜੀ ਆਰਗੈਨਿਕ ਫਾਰਮਿੰਗ ਅਸੀਂ ਕਰਨੀ ਆ, ਉਹਦੇ ਤਾਂ ਸਾਨੂੰ ਭਾਈ ਝਾੜ ਨਹੀਂ ਮਿਲਣਾ, ਹੋਰਾਂ ਨਾਲੋਂ ਜਿਹੜੇ ਪੈਸੇ ਘੱਟ ਕਮਾਵਾਂਗੇ, ਤਾਂ ਪਰ ਤੁਸੀਂ ਕਿਵੇਂ ਸੋਚਿਆ ਕਿ ਯਾਰ ਆਰਗੈਨਿਕ ਹੀ ਕਰਨਾ ਤਾਂ ਆਰਗੈਨਿਕ ਆ, ਜ਼ਹਿਰ ਮੁਕਤ ਹੀ ਕਰਨਾ? ਹਾਂਜੀ, ਇਹ ਤਾਂ ਭਾਈ ਸਾਹਿਬ ਉਹਨਾਂ ਨਾਲ ਪਹਿਲਾਂ ਤੋਂ ਉੱਥੋਂ ਤੋਂ ਹੀ ਕੰਟੈਕਟ ਦੇ ਵਿੱਚ ਸੀਗੇ ਅਸੀਂ, ਤੇ ਇਹ ਆਰਗੈਨਿਕ ਵਾਲਾ ਤਾਂ ਪੱਕਾ ਹੀ ਸੀਗਾ ਵੀ ਕਰਨਾ ਤਾਂ ਆਰਗੈਨਿਕ ਹੀ ਆ। ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਚੱਲ ਕੇ ਹੀ ਖੇਤੀ ਕਰਨੀ ਆ ਜੀ। ਤੇ ਇਹਦੇ ਵਿੱਚ ਚੈਲੰਜਸ ਵੀ ਮਿਲਦੇ ਆ ਜੀ, ਡੈਫੀਨੇਟਲੀ, ਉਹਨਾਂ 'ਚ ਕੋਈ ਸ਼ੱਕ ਨਹੀਂ। ਪਰ ਜਿਵੇਂ ਕਿ ਆਪਣੀ ਪਹਿਲਾਂ ਗੱਲ ਹੋਈ ਵੀ ਬਾਹਰੋਂ ਦੀ ਕਮਾਈ ਆ ਨਾਲ, ਹੁਣ ਜੇ ਇੱਥੋਂ ਵਾਲਾ ਜ਼ਿਮੀਂਦਾਰ ਕਵੇ ਮੈਂ ਇੱਕੋ ਦਮ ਸਾਰਾ ਕੁਛ ਕਰ ਲਾਂ ਤਾਂ ਮੁਸ਼ਕਲ ਹੋ ਜਾਂਦਾ ਥੋੜ੍ਹਾ, ਵੀ ਹੈ ਨਾ, ਇਨਕਮ ਸੋਰਸਿਸ ਕੁਛ ਚਾਹੀਦੇ ਆ ਹੋਰ ਨਾਲ। ਤੇ ਠੀਕ ਆ, ਵਧੀਆ ਹੀ ਲੱਗਿਆ ਇਹ ਕਰਕੇ। ਹਾਂਜੀ, ਇੱਕ ਗੱਲ ਹੋਰ ਦੱਸਿਓ, ਮਤਲਬ ਜ਼ਿੰਦਗੀ 'ਚ ਕਿੰਨਾ ਕੁ ਫਰਕ ਆ? ਇੱਕ ਉਧਰਲੀ ਬਾਹਰ ਦੀ ਜ਼ਿੰਦਗੀ, ਭੱਜ ਦੌੜ ਦੀ ਜ਼ਿੰਦਗੀ, ਇੱਕ ਜਦੋਂ ਅਸੀਂ ਆਏ, ਤੁਸੀਂ ਇੱਥੇ ਆਏ ਸੀ, ਤੁਸੀਂ ਬੈਠੇ ਆ, ਚਲੋ ਠੀਕ ਆ, ਆਰਾਮ ਦੇ ਨਾਲ ਬੈਠੇ ਸੀ, ਗੱਲਾਂ ਬਾਤਾਂ ਆਪਾਂ ਕਰੀਆਂ ਕਾਫੀ ਸਮਾਂ, ਹੈ ਨਾ। ਜ਼ਿੰਦਗੀ ਦੇ ਵਿੱਚ ਫਰਕ ਕਿੰਨਾ ਕੁ? ਬਹੁਤ ਜ਼ਿਆਦਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਆ। ਕੀ ਫਰਕ ਹੈ? ਸਭ ਤੋਂ ਵੱਡਾ ਤਾਂ ਇਹ ਆ, ਇੱਥੋਂ ਰਿਲੀਫ ਆਈ। ਟੈਨਸ਼ਨ ਜਿਹੜੀ ਆ ਨਾ ਉੱਥੇ ਬਹੁਤ ਜ਼ਿਆਦਾ ਆ। ਸਭ ਕੁਝ ਹੁੰਦਿਆਂ ਹੋਇਆਂ ਵੀ ਇੱਕ ਤੁਸੀਂ ਘੁਟਨ ਜੀ 'ਚ ਰਹਿੰਦੇ ਆ ਉੱਥੇ ਨਾ, ਤੇ ਇੱਥੇ
ਹੁਣ 4 ਭਰਾ ਆਏ ਆ, ਗੁਰਪ੍ਰੀਤ ਭਾਜੀ ਹੁਣੀ ਆਏ ਜਾਂ ਤੇ ਜਿਵੇਂ ਕਿ ਤੁਸੀਂ ਆਏ ਸੀਗੇ ਹਨਾ, ਭਾਈ ਸਾਹਿਬ ਮੇਰੇ ਕੋਲ ਬੈਠੇ ਹੀ 2-3 ਜਾਣੇ। ਯਾਨੀ ਇਦਾਂ ਦਾ ਮਾਹੌਲ ਨਹੀਂ ਮਿਲਦਾ ਉੱਥੇ, ਭੱਜ ਨੱਠ ਜ਼ਿਆਦਾ ਆ, ਕੰਮ ਦੀ ਦੌੜ, ਜ਼ਿੰਦਗੀ ਇੰਨੀ ਕੁ ਫਾਸਟ ਆ, ਤੁਸੀਂ ਸਾਲਾਂ ਦੇ ਸਾਲ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਦਾ ਤੁਹਾਨੂੰ। ਕਿੰਨੇ ਸਾਲ ਲਾਏ ਉਧਰ? ਤਕਰੀਬਨ 23 ਸਾਲ ਜੀ। 23 ਸਾਲ ਕੈਨੇਡਾ ਜਿਹੜੇ ਲਾਏ? ਹਾਂਜੀ 23 ਸਾਲ ਉੱਥੇ ਲੱਗ ਗਏ ਤੇ ਉਸ ਤੋਂ ਬਾਅਦ ਬਸ ਵਾਪਸੀ ਹੋ ਗਈ ਜੀ। ਅੱਛਾ ਇੱਕ ਚੀਜ਼ ਹੋਰ ਦੱਸਿਓ, ਜਦੋਂ ਇੱਧਰਲੇ ਮੁਲਕ ਤੋਂ ਉੱਧਰ ਵੱਲ ਪ੍ਰਵਾਸ ਕਰਦੇ ਨੇ ਤਾਂ ਉਦੋਂ ਤਾਂ ਘਰ ਦੇ ਵਿੱਚ ਖੁਸ਼ੀਆਂ ਵੀ ਮਨਾਈਆਂ ਜਾਂਦੀਆਂ ਨੇ, ਅਖੰਡ ਪਾਠ ਦੇ ਜਿਹੜੇ ਭੋਗ ਕਰਵਾਏ ਜਾਂਦੇ ਨੇ, ਪਰ ਜਦੋਂ ਕੋਈ ਉੱਧਰੋਂ ਛੱਡ ਕੇ ਇੱਧਰ ਆਉਂਦਾ ਆ ਉਦੋਂ ਸ਼ਾਇਦ ਉਹਨੂੰ ਲੋਕ ਕਮਲਾ ਵੀ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਯਾਰ ਬਈ ਸਾਡੀ ਜਵਾਕ ਤਾਂ ਉੱਧਰ ਜਾ ਰਿਹਾ, ਬਈ ਪੱਕੇ ਹੋਣਾ, ਤੂੰ ਚੰਗਾ ਭਲਾ 23 ਸਾਲ ਕੈਨੇਡਾ ਲਾ ਆ, ਉਦੋਂ ਬਾਅਦ ਤੂੰ ਇੱਥੇ ਆਇਆ, ਫਿਰ ਕਮਲਾ ਵੀ ਕਿਹਾ ਹੋਣਾ? ਬੜਾ ਕੁਝ ਹੁੰਦਾ ਜੀ, ਬਹੁਤ ਕੁਝ ਹੁੰਦਾ, ਪਰ ਮੈਂ ਪਹਿਲਾਂ ਨਾ ਸੁਣ ਚੁੱਕਿਆ ਸੀਗਾ ਭਾਜੀ ਹੁਣਾਂ ਤੋਂ ਕਾਫੀ ਕੁਝ ਪ੍ਰੇਰਿਤ ਯਾਨੀ ਪਤਾ ਲੱਗਿਆ, ਤੇ ਪਲੱਸ ਜਿਹੜੇ ਹੋਰ ਜ਼ਿਮੀਂਦਾਰ ਕਈ ਮੁੜ ਕੇ ਆਏ ਉਹਨਾਂ ਤੋਂ ਵੀ, ਫਿਰ ਉਹਨਾਂ ਚੀਜ਼ਾਂ ਨੇ ਨਾ ਬੂਸਟ ਹੀ ਦਿੱਤੇ ਆ। ਹੁਣ ਤੱਕ ਵੀ ਜਦੋਂ ਕੋਈ ਐਦਾਂ ਕਿ ਕਹਿੰਦਾ ਆ ਨਾ ਵੀ ਇਹਦੇ ਬਾਹਰਲਾ ਪੈਸਾ ਆ ਹਨਾ, ਇਹ ਤਾਂ ਸਦਾਈ ਹੋ ਗਿਆ, ਐਂ ਹੋ ਗਿਆ ਨਾ, ਵੈਸੇ ਚਲੋ ਮੂੰਹ ਤੇ ਤਾਂ ਨਹੀਂ ਲੋਕ ਕਹਿੰਦੇ ਪਰ ਪਤਾ ਲੱਗ ਜਾਂਦਾ ਨਾ, ਤੇ ਉਹ ਚੀਜ਼ਾਂ ਬੂਸਟ ਦਿੰਦੀਆਂ ਸਗੋਂ, ਉਹ ਇੱਕ ਚੈਲੰਜ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਉਂਦੀ ਆ, ਤੇ ਤੁਸੀਂ ਹੋਰ ਵੀ ਜ਼ਿਆਦਾ ਮਿਹਨਤ ਕਰਕੇ, ਕਿਉਂਕਿ ਤੁਸੀਂ ਇੱਕ ਤੁਹਾਡੇ ਮਨ 'ਚ ਹੁੰਦਾ ਵੀ ਇਹਨਾਂ ਨੂੰ ਅਸੀਂ ਝੂਠੇ ਪਾਉਣਾ ਫਿਰ ਨਾ ਜੀ, ਇਹ ਗੱਲ ਆ ਤਾਂ, ਤੇ ਉਹ ਮਹਾਰਾਜ ਨੇ ਕੀਤੀ ਮਦਦ ਵੀ ਬਹੁਤ ਕੀਤੀ ਆ ਜੀ, ਅਸੀਂ ਮਿਹਨਤ ਕੀਤੀ ਤੇ ਰੰਗ ਵੀ ਲਿਆਈਏ ਜੀ। ਪਰਿਵਾਰ ਦਾ ਸਾਥ ਕਿਵੇਂ ਦਾ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ। ਪਰਿਵਾਰ ਨੇ ਤਾਂ ਨਹੀਂ ਇਹ ਕਿਹਾ ਕਿ ਕੈਨੇਡਾ ਛੱਡ ਕੇ ਤੂੰ ਪੰਜਾਬ ਵੱਲ ਚੱਲਿਆ ਤੇ ਤੂੰ ਫਿਰ ਖੇਤੀ ਕਰੇਂਗਾ ਉੱਥੇ? ਫਿਰ ਕਹਿੰਦੇ, ਕਿਉਂਕਿ ਆਪਣੇ ਤਾਂ ਕਹਿੰਦੇ ਮਿੱਟੀ ਨਾਲ ਮਿੱਟੀ, ਫਿਰ ਉੱਥੇ ਜਾ ਕੇ ਮਿੱਟੀ ਨਾਲ ਮਿੱਟੀ ਹੋਏਗਾ, ਚੰਗਾ ਠੰਡੇ ਮੁਲਕ ਦੇ ਵਿੱਚ ਬੈਠੇ ਆ। ਹਾਂਜੀ ਬਜ਼ੁਰਗਾਂ ਦਾ ਥੋੜਾ ਜਿਹਾ ਪਹਿਲਾਂ ਸੀਗਾ ਔਖਾ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਪਾਪਾ ਜੀ ਉਹਨਾਂ ਨੂੰ ਵੀ ਤੁਸੀਂ ਆ ਨਵੀਂ ਖੇਤੀ ਸ਼ੁਰੂ ਕਰ ਲਈ ਆ, ਵੀ ਅਸੀਂ ਤਾਂ ਗੰਨੇ ਵੱਡੇ ਆਏ ਲੰਮੇ ਪਾ ਕੇ ਬੀਜ ਦਿੰਦੇ ਸੀ ਉਹਨਾਂ, ਤੁਸੀਂ ਐਵੇਂ ਟਾਈਮ ਖਰਾਬ ਕਰਦੇ ਆ ਨਾ, ਲੇਬਰ ਜ਼ਿਆਦਾ ਲੱਗਦੀ ਆ, ਆਰਗੈਨਿਕ ਦੇ ਵਿੱਚ ਹੁਣ ਲੇਬਰ ਦਾ ਹੀ ਕੰਮ ਆ ਜੀ ਸਾਰਾ ਨਾ, ਤੇ ਇਹਨਾਂ ਚੀਜ਼ਾਂ ਦਾ ਕਰਕੇ ਉਹਨਾਂ ਨੂੰ ਪਹਿਲਾਂ ਲੱਗਦਾ ਸੀ, ਪਰ ਜਿਵੇਂ ਹੁਣ ਉਹ ਦੇਖ ਰਹੇ ਆ ਉਹਨਾਂ ਨੂੰ ਸਵਾਦ ਦਾ ਪਤਾ ਲੱਗਦਾ, ਜਿਵੇਂ ਹੁਣ ਆਰਗੈਨਿਕ ਆਲੂ ਖਾਧੇ ਉਹਨਾਂ ਨੇ, ਸਾਗ ਖਾਧਾ, ਟੇਸਟ ਦਾ ਹੀ ਫਰਕ ਤੋਂ ਪਤਾ ਲੱਗ ਜਾਂਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਵੀ ਕਾਫੀ ਬਜ਼ੁਰਗ ਹੈਗੇ ਤਾਂ ਕਰਕੇ ਥੋੜਾ ਜਿਹਾ ਉਹਨਾਂ ਵੱਲੋਂ ਮੈਨੂੰ ਘੱਟ ਸਪੋਰਟ ਮਿਲੀ ਸੀ, ਪਰ ਹੁਣ ਉਹਨਾਂ ਦੀ ਵੀ ਫੁੱਲ ਆ। ਹਾਂਜੀ ਤੇ ਪਿੰਡ ਵਾਲਿਆਂ ਦੀ ਵੀ ਹੁਣ ਸਪੋਰਟ ਆ? ਪਿੰਡਾਂ ਦੀ ਪੂਰੀ ਆ ਜੀ। ਹਾਂਜੀ ਹਾਂਜੀ, ਜਿਹੜੇ ਕਹਿੰਦੇ ਵੀ ਸ਼ਦਾਈ ਹੋ ਗਿਆ। ਹਾਂਜੀ ਬਿਲਕੁਲ ਜੀ। ਆਹ ਗੰਨਾ ਜਦੋਂ ਬੀਜਿਆ ਇਹਦੇ ਵਿੱਚ 10 ਫੁੱਟ ਵਿਹਲਾ ਥਾਂ ਛੱਡਿਆ ਸੀਗਾ, ਇਹਨੂੰ ਦੇਖ ਕੇ ਲੋਕ ਕਹੀ ਜਾਂਦੇ ਸੀ ਲੈ ਯਾਰ ਆਹ ਕੀ ਬੀਜ ਕੇ ਬੈਠੇ ਆ ਇਹ ਹਨਾ, ਪਰ ਉਹ ਖੁਦ ਮੈਨੂੰ ਆ ਕੇ ਇੱਕ ਕਿਸਾਨ ਨੇ ਕਿਹਾ, ਕਹਿੰਦਾ ਮੈਨੂੰ ਐਂ ਲੱਗਦਾ ਸੀ ਵੀ ਵਾਕਈ ਵੀ ਤੁਹਾਡਾ ਤਾਂ ਹਿੱਲਣ ਵਾਲਾ ਕੰਮ ਹੋ ਗਿਆ। ਕਾਫੀ ਪਿਆਰ ਆ ਚਲੋ ਉਹਨਾਂ ਨਾਲ, ਤੇ ਪਰ ਬਾਅਦ 'ਚ ਕਹਿੰਦੇ ਜਦੋਂ ਦੇਖਿਆ ਵਿੱਚੋਂ ਸਰੋਂ ਵੀ ਕੱਢ ਲਈ ਤੁਸੀਂ ਹੈ ਨਾ, ਹੋਰ ਫਸਲਾਂ ਵੀ ਕੱਢ ਲਈਆਂ, ਗੰਨਾ ਵੀ ਸੋਹਣਾ ਹੋ ਗਿਆ, ਤੇ ਕਹਿੰਦੇ ਵਾਕਈ ਹੁਣ ਲੱਗਦਾ ਵੀ ਹੁਣ ਮੇਰੇ ਤੋਂ ਗੰਨੇ ਲਿਜਾ ਕੇ ਉਹਨਾਂ ਨੇ ਖੁਦ ਬੀਜੇ ਆਪ। ਕੀ ਬਾਤ ਹੈ। ਅੱਛਾ ਇੱਕ ਉਹ ਵੀ ਟਾਈਮ ਸੀ ਸ਼ਾਇਦ ਜਦੋਂ ਜਿਵੇਂ ਬਾਈ ਹੋਰੇ ਵੀ ਦੱਸ ਰਹੇ ਸੀ, ਤੁਸੀਂ ਇੱਧਰ ਆਪਦੀ ਗੰਨੇ ਦੀ ਬਿਜਾਈ ਜਿਹੜੀ ਕਰਤੀ ਸੀ, ਉਦੋਂ ਬਾਅਦ ਫਿਰ ਕੈਨੇਡਾ ਕੰਨੀ ਜਹਾਜ਼ ਚੜ੍ਹ ਗਏ ਸੀ 2.5 ਮਹੀਨਿਆਂ ਵਾਸਤੇ, ਉਹ ਕੀ ਹੋ ਗਿਆ ਸੀ? ਹਾਂਜੀ ਉਹ ਬਸ ਪਿੱਛੇ ਕੁਛ ਪ੍ਰੋਬਲਮ ਪੈ ਗਈ, ਜਾਣਾ ਪੈ ਗਿਆ, ਇਸ ਕਰਕੇ ਤੇ 3 ਕੁ ਮਹੀਨਿਆਂ ਵਾਸਤੇ 2 ਬੰਦੇ ਛੱਡੇ ਸੀਗੇ ਆਹ ਥੋੜੇ ਜਿਹੇ ਰਕਬੇ ਦੇ ਵਿੱਚ, ਤੇ ਜੋ ਵਾਪਸ ਆ ਕੇ ਦੇਖਿਆ ਤੇ ਘਾਹ ਹੀ ਬਹੁਤ ਵੱਡਾ ਸੀਗਾ। ਮੈਂ ਭਾਈ ਨੂੰ ਕਿਹਾ, ਮੈਂ ਭਾਈ ਵੀ ਮੈਨੂੰ ਲੱਗਦਾ ਵੀ ਇਹ ਤਾਂ ਵੱਧ ਗਿਆ, ਆਪਾਂ ਕੋਈ ਫਾਇਦਾ ਨਹੀਂ ਇਹਦਾ, ਤੇ ਇਹਨਾਂ ਨੇ ਫਿਰ ਮੈਨੂੰ ਇੱਕ ਦੁਬਾਰਾ ਫੇਰ ਯਾਨੀ ਵੀ ਬੂਸਟ ਦਿੱਤਾ, ਯਾਨੀ ਯਾਦ ਕਰਾਇਆ ਇਹਨਾਂ ਨੇ ਵੀ ਬਾਬੇ ਨਾਨਕ ਵਾਲੀ ਖੇਤੀ ਆ ਤੇ ਇਹ ਲੱਗ ਜੋ, ਫਿਰ ਬਸ ਜੁਟ ਗਏ ਅਸੀਂ। ਉਸ ਤੋਂ ਬਾਅਦ ਕੈਨੇਡਾ ਨੂੰ ਹੱਥ ਜੋੜਤੇ? ਹਾਂਜੀ ਉਸ ਤੋਂ ਬਾਅਦ ਤਾਂ ਨਹੀਂ, ਕੈਨੇਡਾ ਤਾਂ ਜਾਣਾ ਹੀ ਨਹੀਂ ਹੋਇਆ, ਇਸ ਖੇਤ ਚੋਂ ਹੀ ਨਹੀਂ ਨਿਕਲੇ ਜੀ। ਹਾਂਜੀ ਰਾਤ ਤੱਕ ਯਾਨੀ ਵੀ ਇੱਥੇ ਖੇਤ ਦੇ ਵਿੱਚ ਹੀ ਬੰਦਿਆਂ ਦੇ ਨਾਲ ਲੱਗੇ ਰਹਿਣਾ, ਤੇ ਪੱਟ ਸਿੱਟਿਆ ਘਾਹ ਸਭ ਕੁਝ ਹੀ ਅਸੀਂ। ਹੁਣ ਕਿੰਨਾ ਟਾਈਮ ਹੋ ਗਿਆ ਕੈਨੇਡਾ ਛੱਡੇ ਨੂੰ? ਤਕਰੀਬਨ 8 ਕੁ ਮਹੀਨੇ ਹੋ ਗਏ ਜੀ ਵਾਪਸ ਆਏ ਨੂੰ। ਹਾਂਜੀ ਪਰ ਉਦਾਂ ਤਕਰੀਬਨ ਟੋਟਲ ਤਾਂ ਮੈਨੂੰ 3 ਸਾਲ ਹੋ ਗਏ ਜੀ ਇੱਥੇ। 3 ਸਾਲ ਟੋਟਲ? ਹਾਂਜੀ ਥੋੜਾ ਮੋਟਾ ਥੋੜਾ ਬਹੁਤ ਗੇੜਾ ਵੱਜਿਆ। ਹਾਂਜੀ ਹੁਣ ਫਿਰ ਇਹੀ ਆ ਵੀ ਇੱਥੇ ਕਰਕੇ ਜਿਹੜਾ ਦਿਖਾਉਣਾ। ਹਾਂਜੀ ਇੱਥੇ ਹੀ ਰਹਿਣਾ। ਹਾਂਜੀ। ਅੱਛਾ ਮਤਲਬ ਕੀ ਕੁਝ ਆਰਗੈਨਿਕ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? ਤਾਂ ਹੁਣ ਜਿਹੜੇ ਆਪਾਂ ਖੇਤ ਦੇ ਵਿੱਚ ਜਿਵੇਂ ਹੈਗਾ ਖੜੇ ਆ ਹਨਾ, ਇਹਦੇ ਵਿੱਚ ਗੰਨਾ ਆ, ਗੰਨੇ ਤੋਂ ਤੁਸੀਂ ਜਿਹੜਾ ਹੈਗਾ ਪ੍ਰੋਸੈਸ ਕਰਕੇ ਗੁੜ ਬਣਾ ਕੇ, ਸ਼ੱਕਰ ਬਣਾ ਕੇ ਉਹ ਵੇਚ ਰਹੇ ਹੋ, ਕੀ ਫਸਲਾਂ ਜਿਹੜੀਆਂ ਉਹ ਕਰ ਰਹੇ ਹੋ? ਫਸਲਾਂ ਥੋੜੀ ਜੀ ਹੁਣ ਜ਼ਿਆਦਾ ਗੰਨੇ ਵਾਲੀ ਹੀ ਧਿਆਨ ਦੇ ਰਹੇ ਜੀ, ਕਿਉਂਕਿ ਇਹਦੇ ਵਿੱਚੋਂ ਅਸੀਂ ਸਰੋਂ ਵੀ ਕੱਢ ਚੁੱਕੇ ਹਾਂ, ਆਲੂ ਵੀ ਤੇ ਛੋਲੇ ਵੀ ਹਨਾ, ਤੇ ਹੁਣ ਅਸੀਂ ਸਰੋਂ ਹੋਰ ਦੁਬਾਰਾ ਬੀਜੀ ਹੋਈ ਆ, ਕਣਕ ਬੀਜਦੇ ਆ ਨਾਲ, ਤੇ ਥੋੜਾ ਕਰਕੇ ਰਕਬਾ ਵਧਾ ਰਹੇ ਆ। ਹਜੇ 5-6 ਕਿੱਲਿਆਂ ਦਾ ਹੀ ਕੀਤਾ ਹੈਗਾ ਵਾ, ਜੇ ਅੱਗੇ ਬਾਕੀ ਹੌਲੀ ਥੋੜਾ ਕਰਕੇ ਜੋੜਾਂਗੇ ਨਾਲ, ਕਿਉਂਕਿ ਇੱਕੋ ਵਾਰੀ ਜ਼ਮੀਨਾਂ ਇੰਨੀ ਕਿ ਬੁਰੀ ਤਰ੍ਹਾਂ ਲੱਗ ਚੁੱਕੀਆਂ ਨਾ ਕੈਮੀਕਲ ਤੇ ਇੱਕੋ ਵਾਰੀ ਕੱਢਣਾ ਇਹਨਾਂ ਨੂੰ ਮੁਸ਼ਕਿਲ ਆ। ਸੋ ਮੇਨ ਫਸਲ ਤਾਂ ਗੰਨੇ ਤੇ ਹੀ ਫੋਕਸ ਕਰ ਰਹੇ ਆ ਜੀ। ਗੰਨੇ ਤੇ? ਹਾਂਜੀ ਮੇਨ ਫੋਕਸ ਹੈ ਜੀ। ਬਾਈ ਜੀ ਇੱਕ ਗੱਲ ਹੁੰਦੀ ਹੈ, ਜਦੋਂ ਆਰਗੈਨਿਕ ਨਹੀਂ ਆਉਣੇ ਆ ਨਾ, ਜਾਂ ਆਰਗੈਨਿਕ ਦਾ ਨਾਮ ਸੁਣਦੇ ਆ, ਕਹਿੰਦੇ ਨੇ ਕਿ ਮੰਡੀਕਰਨ ਇਹਦਾ ਨਹੀਂ ਹੈਗਾ, ਜਾਂ
ਇਹਨੂੰ ਵੇਚਾਂਗੇ ਕਿੱਥੇ ਹਨਾ। ਤਾਂ ਮੰਡੀਕਰਨ ਹੁਣ ਜਿਵੇਂ ਅਸੀਂ ਸੁਣ ਰਹੇ ਹਾਂ ਦੇਖ ਰਹੇ ਹਾਂ, ਮਤਲਬ ਤੁਹਾਡੀ ਤਾਂ ਇੱਥੋਂ ਹੀ ਮੰਡੀਕਰਨ ਹੋ ਰਿਹਾ, ਇੱਥੋਂ ਹੀ ਤੁਹਾਡੀ ਫਸਲ ਤਾਂ ਤੁਹਾਡੀ ਵਿਕ ਰਹੀ ਆ। ਹਾਂਜੀ, ਜਿਨ੍ਹਾਂ ਨੂੰ ਪਛਾਣ ਆ ਇਸ ਚੀਜ਼ ਦੀ ਉਹ ਤਾਂ ਦੂਰੋਂ ਜਾ ਕੇ ਵੀ ਲੈ ਆਉਂਦੇ ਆ ਜੀ। ਹਾਂਜੀ, ਹੁਣ 100 ਰੁਪਏ ਕਿਲੋ ਜੇ ਤੁਸੀਂ ਗੁੜ ਵੇਚਦੇ ਆ ਤੇ ਇਹੋ ਜਿਹੇ ਬੰਦੇ ਵੀ ਆ ਵੀ ਉਹ ਕਹਿੰਦੇ ਸਾਨੂੰ ਬਸ ਤੁਸੀਂ ਭੇਜ ਦਿਓ ਤੇ 1000 ਰੁਪਏ ਕਿਲੋ ਉਹਦੀ ਲੱਗ ਰਹੀ ਹੈ ਜੀ ਕੋਰੀਅਰ। ਅੱਛਾ, ਮੈਂ ਕਿਸੇ ਬੰਦੇ ਨੇ ਮੰਗਵਾਇਆ ਸੀ ਤੇ ਮੈਂ ਪਤਾ ਕੀਤਾ, ਉਹ ਕਹਿੰਦੇ 1000 ਰੁਪਏ ਕਿਲੋ ਕੋਰੀਅਰ ਦਾ ਲਵਾ ਗਿਆ ਸੀ, ਉਹ ਕਹਿੰਦੇ ਭੇਜ ਦਿਓ। ਕੀ ਬਾਤ ਹੈ, 1100 ਰੁਪਏ ਕਿਲੋ ਗੁੜ ਵਿਕਦਾ ਹੋਣਾ ਹੈ। ਜੀ ਜੀ ਜੀ, ਹਿਸਾਬ ਲਾ ਲਓ ਵੀ ਜਿਹਨੇ ਪੈਸੇ ਪੇ ਕਰਨੇ ਆ, ਜਿਹਨੂੰ ਪਤਾ ਆ ਵੀ ਮੈਂ ਇਹ ਕੀ ਚੀਜ਼ ਖਰੀਦ ਰਿਹਾ ਆ। ਹਾਂਜੀ, ਉਹ ਤਾਂ ਲਾਉਂਦੇ ਆ ਨਾ। ਪਤਾ ਹੋਰ ਵੀ ਲੱਗਿਆ ਸੀ, ਬਾਈ ਹੋਰੇ ਦੱਸ ਰਹੇ ਸੀ, ਕਹਿੰਦੇ ਅਮਰੀਕਾ ਵਾਲੇ ਪਾਸੇ ਜਾਣਾ ਫਿਰ ਗੁੜ ਹੁਣ। ਹਾਂਜੀ ਹਾਂਜੀ, ਉਹ ਕੱਲ ਭੇਜ ਆਏ ਅਸੀਂ 20 ਕਿਲੋ ਉਹਨਾਂ ਨੂੰ ਸੈਂਪਲ ਦੇ ਤੌਰ ਤੇ ਗਿਆ ਆ ਤੇ ਹੋਪਫੁਲੀ ਚਲੋ ਦੇਖੋ ਉਹਨਾਂ ਨੂੰ ਜੇ ਪਸੰਦ ਆਇਆ ਤਾਂ ਹੋਰ ਵੀ ਆਰਡਰ ਆਉਣਗੇ। ਅੱਛਾ, ਕਿਸੇ ਵੇਲੇ ਆਪ ਨੂੰ ਇਹ ਲੱਗਿਆ ਸੀ ਜਦੋਂ ਆਹ ਖੇਤੀ ਕਰਨੀ ਰੁਝਾਨ ਹੋਇਆ ਸੀ, ਖੇਤੀ ਕਰਨ ਲੱਗੇ ਸੀ, ਕਿਸੇ ਵੇਲੇ ਆਪ ਨੂੰ ਲੱਗਿਆ ਸੀ ਕਿ ਮਿੱਤਰਾ ਰਸਤਾ ਜਿਹੜਾ ਤੂੰ ਗਲਤ ਚੁਣ ਲਿਆ, ਉਧਰ ਚੰਗੇ ਸੀ, ਡਾਲਰ ਕਮਾਉਂਦੇ ਸੀ, ਚੱਲ ਠੀਕ ਆ, ਭੱਜ ਨੱਠ ਦੀ ਜ਼ਿੰਦਗੀ ਸੀ, ਇੱਧਰ ਕਿਤੇ ਇਹ ਨਾ ਹੋ ਜੇ ਵੀ ਰੁਲਕੀ ਰਹਿ ਜਾਈਏ। ਕਿਸੇ ਵੇਲੇ ਇਹ ਲੱਗਿਆ ਸੀ ਚਲੋ ਹੁਣ ਤਾਂ ਫਸਲ ਵਿਕਦੀ ਆ, ਕੋਈ ਗੱਲ ਨਹੀਂ, ਹੁਣ ਤਾਂ ਹੌਸਲਾ ਹੁੰਦਾ, ਬੂਸਟ ਮਿਲਦਾ ਹਨਾ, ਇੱਕ ਪੁਸ਼ ਮਿਲਦਾ ਵੀ ਨਹੀਂ ਕਰਾਂਗੇ। ਕਿਸੇ ਵੇਲੇ ਇਹ ਦਿਮਾਗ ਦੇ ਵਿੱਚ ਥਾਟ ਆਇਆ ਸੀ? ਹਾਂਜੀ ਆਇਆ ਸੀਗਾ ਇਹ ਵੀ ਇੱਧਰੋਂ ਕੰਮ ਖਰਾਬ ਹੀ ਨਾ ਹੋ ਜਾਏ ਕਿਤੇ। ਪਰ ਦੂਜੇ ਪਾਸੇ ਇਹ ਸੀਗਾ ਵੀ ਬਾਬੇ ਨਾਨਕ ਦੇ ਮਾਰਗ ਤੇ ਚੱਲ ਕੇ ਜਿਵੇਂ ਕੋਸ਼ਿਸ਼ ਕੀਤੀ ਸੀ ਵੀ ਉਹ ਉਵੇਂ ਹੀ ਖੇਤੀ ਕਰਨੀ ਆ, ਵੀ ਇੱਕ ਤਬਕਾ ਵੀ ਆਪਾਂ ਨਹੀਂ ਪਾਉਣਾ ਹੈਗਾ, ਤੇ ਵਿਸ਼ਵਾਸ ਬਹੁਤ ਸੀਗਾ ਜੀ, ਤੇ ਉਹ ਵਿਸ਼ਵਾਸ ਨੇ ਕੰਮ ਵੀ ਕੀਤਾ ਜੀ। ਹਾਂਜੀ, ਪਹਿਲਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਆ, ਕਿਉਂਕਿ ਕਿੱਥੇ ਡਾਲਰ ਆ ਕਿੱਥੇ ਰੁਪਈਏ, ਉਹ ਮੈਚ ਨਹੀਂ ਮੇਲ ਨਹੀਂ ਹੈਗਾ ਨਾ ਕੋਈ ਵੀ ਕਮਾਈ ਦਾ। ਜੇ ਦੇਖਿਆ ਜਾਵੇ, ਜੇ ਆਪਾਂ ਇਕੱਲਾ ਮਾਇਆ ਦਾ ਹੀ ਦੇਖੀਏ ਤਾਂ ਫਰਕ ਤਾਂ ਰਹਿਣਾ ਹੀ ਰਹਿਣਾ ਜੀ ਉਹ। ਅੱਛਾ, ਇਹ ਮੈਂ ਦੇਖ ਰਿਹਾ ਇੱਕ ਇਹ ਜੰਗਲ ਲਾਇਆ ਹੋਇਆ, ਕਿੰਨੇ ਏਰੀਏ ਦੇ ਵਿੱਚ? ਥੋੜੇ ਏਰੀਏ ਤੁਸੀਂ ਜੰਗਲ ਵੀ ਲਾਇਆ ਕੁਝ? ਹਾਂਜੀ, ਤਕਰੀਬਨ ਇਹ 1.5 ਕਨਾਲ ਦੇ ਵਿੱਚ ਲੱਗਿਆ ਹੋਇਆ ਜੀ। ਇਹ ਭਾਈ ਸਾਹਿਬ ਉਹਨਾਂ ਨੇ ਪ੍ਰੇਰਿਤ ਕੀਤਾ ਸੀਗਾ ਇਸ ਪਾਸੇ ਨੂੰ ਬਈ ਜੰਗਲ ਵੀ। ਹਾਂਜੀ, ਜੰਗਲ ਗੁਰੂ ਨਾਨਕ ਜੰਗਲ ਜੀ, ਇਹਦੇ ਵਿੱਚ ਸਾਰੇ ਵਿਰਾਸਤੀ ਪੌਦੇ ਲੱਗੇ ਹੋਏ ਆ ਤੇ ਹਾਂਜੀ ਹੁਣ ਵੱਧ ਰਹੇ ਅੱਗੇ। ਥੋੜੀ ਜਿਹੀ ਅਸੀਂ ਐਤਕੀ ਹਲਦੀ ਲੈ ਲਈ ਇਹਦੇ ਵਿੱਚੋਂ, ਹੁਣ ਅੱਗੇ ਵਾਸਤੇ ਇਹਦੇ ਵਿੱਚ ਕੁਝ ਹੋਰ ਨਹੀਂ ਬੀਜਿਆ ਜਾਊਗਾ, ਬਸ ਜੰਗਲ ਹੀ ਹੋਊਗਾ ਇਕੱਲਾ। ਕੀ ਬਾਤ ਹੈ। ਹਾਂਜੀ, ਅੱਛਾ, ਦਬੜੀ ਖਾਨਾ ਸਾਹਿਬ ਨੂੰ ਤੁਸੀਂ ਦੱਸਿਓ, ਮਤਲਬ ਜਦੋਂ ਤੁਹਾਡੇ ਮੂੰਹੋਂ ਮੈਂ ਇਹ ਗੱਲ ਸੁਣੀ ਸੀ ਤਾਂ ਮੈਨੂੰ ਵੀ ਚੰਗਾ ਲੱਗਿਆ ਸੀ ਕਿ ਯਾਰ ਸ਼ਾਇਦ ਕੋਈ ਉਹ ਮੁਲਕ ਨੂੰ ਛੱਡ ਕੇ ਆਪਦੇ ਮੁਲਕ ਦੇ ਵਿੱਚ ਆਪਦੀ ਧਰਤੀ ਤੇ ਵਾਪਸ ਜਿਹੜਾ ਹੈਗਾ ਉਹ ਆਇਆ ਆ। ਜਦੋਂ ਬਾਈ ਦੀ ਕਹਾਣੀ ਤੁਹਾਡੇ ਕੋਲੇ ਜਾਂ ਬਾਈ ਦਾ ਤੁਹਾਡੇ ਨਾਲ ਰਾਬਤਾ ਹੋਇਆ ਤਾਂ ਤੁਹਾਨੂੰ ਨਹੀਂ ਇਹ ਇੱਕ ਸ਼ੌਕਿੰਗ ਲੱਗਿਆ ਕਿ ਯਾਰ ਇੱਕ ਕਿਸਾਨ ਜਿਹੜਾ ਕਹਿੰਦਾ ਮੈਂ ਕੈਨੇਡਾ ਦੇ ਵਿੱਚ ਸੈੱਟ ਹਾਂ, 23 ਸਾਲ ਮੈਨੂੰ ਹੋ ਗਏ, ਪਰ ਮੈਂ ਉਹ ਛੱਡ ਕੇ ਪੰਜਾਬ ਆਉਣਾ? ਦੇਖੋ, ਜਿੱਥੋਂ ਤੱਕ ਇਹ ਸ਼ੌਕ ਵਾਲੀ ਗੱਲ ਆ ਜਾਂ ਹੈਰਾਨੀਜਨਕ ਕੁਝ ਵਾਪਰਿਆ ਹੋਵੇ, ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਆ ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ। ਉਹ ਜਿਹੜੇ ਲੋਕ ਉੱਥੋਂ ਦੀ ਲਾਈਫ ਤੋਂ ਅੱਕੇ ਹੋਏ ਆ ਤੇ ਜਿਨ੍ਹਾਂ ਨੂੰ ਸੋਝੀ ਆ ਗਈ ਆ, ਉਹ ਮੈਨੂੰ ਲਗਾਤਾਰ ਇਹ ਕਹਿੰਦੇ ਰਹਿੰਦੇ ਆ, ਬਾਈ ਅਸੀਂ ਆਉਣਾ ਤੇ ਜਿਵੇਂ ਤੂੰ ਕਹਿੰਦਾ ਅਸੀਂ ਉਵੇਂ ਖੇਤੀ ਕਰਨੀ ਆ। ਤੇ ਬਾਈ ਜੀ ਵੀ ਇਸੇ ਤਰ੍ਹਾਂ ਥਰੂ ਫੇਸਬੁੱਕ, ਥਰੂ YouTube ਆਪਣੇ ਨਾਲ ਜੁੜੇ ਸੀ ਤੇ ਇਹ ਲਗਾਤਾਰ ਮੈਨੂੰ ਉਧਰੋਂ ਫੋਨ ਫਾਨ ਕਰਦੇ ਰਹਿੰਦੇ ਸੀ। ਤੇ ਫਿਰ ਜਦੋਂ ਇਹ ਆ ਗਏ ਤਾਂ ਇਹ 15 ਦਿਨ ਤਾਂ ਕੁਆਰੰਟਾਈਨ ਰਹੇ, ਇਹ ਲੋਕਡਾਊਨ ਵਾਲੇ ਦਿਨਾਂ 'ਚ ਆਏ ਸੀ। ਤੇ ਫਿਰ ਜਦੋਂ ਇਹ ਉਧਰੋਂ ਨਿਕਲੇ ਤਾਂ ਪਹਿਲਾਂ ਮੇਰੇ ਕੋਲ ਹੀ ਪਹੁੰਚੇ ਵੀ ਕਿਵੇਂ ਕਰਨਾ। ਫਿਰ ਅਸੀਂ ਇਹ ਸਾਰੀ ਵਿਉਂਤ ਬਣਾਈ ਤੇ ਵਿਉਂਤ ਬਣਾ ਕੇ ਇੱਥੇ ਅਸੀਂ ਗੰਨੇ ਦੀ ਜਿਹੜੀ ਹੈਗੀ ਆ ਕਾਸ਼ਤ ਉਹ ਕਰ ਦਿੱਤੀ, ਬਿਜਾਈ ਇਹਦੀ ਕਰ ਦਿੱਤੀ। ਸੋ ਮੇਰੇ ਲਈ ਸਭ ਤੋਂ ਅਹਿਮ ਚੀਜ਼ ਆ ਜਿਹੜੀ ਇਸ ਸਾਰੇ ਮਾਮਲੇ ਨੂੰ ਲੈ ਕੇ, ਉਹ ਇਹ ਆ ਕਿ ਜਿਹੜਾ ਪ੍ਰਵਾਸ ਆ ਉਹ ਪਹਿਲਾਂ ਵੀ ਹੁੰਦਾ ਸੀ, ਪਰ ਉਹ ਜਿਹੜਾ ਪ੍ਰਵਾਸ ਸੀ ਨਾ ਇਹ ਬਹੁਤ ਘੱਟ ਸੀਗਾ ਤੇ ਪਰਮਾਨੈਂਟ ਪ੍ਰਵਾਸ ਦੀ ਉਹਦੇ ਪਿੱਛੇ ਭਾਵਨਾ ਨਹੀਂ ਸੀਗੀ। ਜ਼ਿਆਦਾਤਰ ਲੋਕ ਪਹਿਲਾਂ ਤਾਂ ਜਾਂਦੇ ਹੀ ਘੱਟ ਸੀ ਤੇ ਫਿਰ ਉਹਨਾਂ ਦੀ ਚਾਹਨਾ ਹੁੰਦੀ ਸੀ ਵੀ ਅਸੀਂ ਵਾਪਸ ਪੰਜਾਬ ਹੀ ਆਉਂਦੇ ਜਾਂਦੇ ਰਹੀਏ। ਠੀਕ ਆ, ਬੇਸ਼ੱਕ ਉਹ ਉੱਥੇ ਬੱਸ ਜਾਂਦੇ ਸੀ। ਤਾਂ ਹੁਣ ਕੀ ਹੈਗਾ ਵੀ ਜਿਹੜਾ ਹੁਣ ਪ੍ਰਵਾਸ ਆ, ਇੱਕ ਤਾਂ ਧੜਾ ਧੜ ਪ੍ਰਵਾਸ ਹੋ ਰਿਹਾ ਤੇ ਦੂਸਰਾ ਇਹ ਪਰਮਾਨੈਂਟ ਹੋ ਰਿਹਾ। ਇੱਥੋਂ ਜਿਹੜੇ ਹੁਣ ਲੋਕ ਜਾ ਰਹੇ ਆ ਉਹਨਾਂ ਦੀ ਸੋਝੀ ਇੰਨੀ ਕੀ ਆ ਵੀ ਇੱਥੇ ਤਾਂ ਕੁਛ ਨਹੀਂ ਰੱਖਿਆ ਤੇ ਬਾਹਰ ਹੀ ਸਾਡਾ ਬਚਾ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਉਹ ਕਹਿੰਦੇ ਨੇ ਕਿ ਇੱਥੇ ਕੁਛ ਨਹੀਂ ਰੱਖਿਆ, ਇਹੀ ਜ਼ਮੀਨਾਂ ਨੂੰ ਵੇਚ ਕੇ ਜਿਹੜੇ ਨੇ ਜਾਂ ਗਹਿਣੇ ਧਰ ਕੇ ਜਿਹੜੇ ਨੇ ਜਾਂਦੇ ਨੇ ਕਿ ਸਾਡੇ ਕੋਲੇ ਥੋੜੀ ਆ ਬਹੁਤੀ ਆ, ਪਰ ਬਾਈ ਹੋਰੇ ਆ ਕੇ ਉਸੇ ਜ਼ਮੀਨ ਦੇ ਵਿੱਚੋਂ ਜਿਹੜੇ ਹੈਗੇ ਆ, ਜਾਂ ਜਿਵੇਂ ਕਹਿੰਦਾ ਕਿ ਸੋਨਾ ਹੋਗਾ ਕਿ ਉਸੇ ਜ਼ਮੀਨ ਦੇ ਵਿੱਚੋਂ ਹੀ ਖਾ ਰਹੇ ਆ। ਦੇਖੋ, ਇਹ ਗੱਲ ਇਸ ਤਰ੍ਹਾਂ ਵੀ ਜਿਹੜੇ ਇਹ ਭਰਾ ਹੁਣ ਆ ਗਏ ਆ ਇੱਥੇ, ਇਹਨਾਂ ਨੇ ਆਹ ਕੰਮ ਸ਼ੁਰੂ ਕਰ ਲਿਆ।
ਜਿਹੜੇ ਸਾਡੇ ਕਿਸਾਨ ਆ ਨਾ ਉਹ ਦੂਰ ਦਾ ਨਹੀਂ ਸੋਚਦੇ, ਉਹ ਮੌਕੇ ਦੀਆਂ ਚੀਜ਼ਾਂ ਦੇਖਦੇ ਆ ਤੇ ਮੌਕੇ ਮੁਤਾਬਕ ਫੈਸਲੇ ਲੈਂਦੇ ਆ। ਇਹ ਕੋਈ ਬਾਹਲੀ ਵਧੀਆ ਨੀਤੀ ਨਹੀਂ ਹੁੰਦੀ। ਹੁਣ ਦੂਰ ਦਾ ਜੇ ਸੋਚੀਏ ਤਾਂ ਭਵਿੱਖ ਦੇ ਵਿੱਚ ਆਉਂਦੇ 5 7 10 ਸਾਲਾਂ ਦੇ ਵਿੱਚ ਸਿਲਕ ਰੂਟ ਖੁੱਲਣ ਵਾਲਾ। ਮਤਲਬ ਸਿਲਕ ਰੂਟ ਦਾ ਮਤਲਬ ਇਹ ਆ ਵੀ ਚੀਨ ਜਿਹੜਾ ਏਸ਼ੀਆ ਹੈਗਾ, ਲਾਓਸ, ਕੰਬੋਡੀਆ, ਵੀਅਤਨਾਮ, ਚੀਨ, ਉੱਥੋਂ ਵਪਾਰ ਚੱਲੇਗਾ। ਜੰਮੂ ਤੋਂ ਹੁੰਦਾ ਹੋਇਆ ਸੜਕ ਮਾਰਗ ਰਾਹੀਂ ਪਠਾਨਕੋਟ, ਅੰਮ੍ਰਿਤਸਰ ਪਹੁੰਚੇਗਾ ਤੇ ਅੰਮ੍ਰਿਤਸਰ ਤੋਂ ਉਹਨੇ ਜਾਣਾ ਪੂਰੇ ਮੱਧ ਏਸ਼ੀਆ ਤੇ ਯੂਰਪ ਤੱਕ। ਤਾਂ ਇਹ ਸਿਲਕ ਰੂਟ ਖੁੱਲਣ ਵਾਲਾ ਆਉਂਦੇ 5 7 10 ਸਾਲਾਂ ਦੇ ਵਿੱਚ। ਸੋ ਜਿਹੜੇ ਲੋਕ ਇੰਨਾ ਕੁ ਸਮਝ ਦੇ ਨਾਲ ਆਪਦੀਆਂ ਜ਼ਮੀਨਾਂ ਇੱਥੇ ਸਾਂਭ ਜਾਣਗੇ ਉਹ ਭਵਿੱਖ ਦੇ ਕਿੰਗ ਆ। ਠੀਕ ਹੈ। ਹੁਣ ਇੰਨਾ ਡੂੰਘਾ ਲੰਮਾ ਤਾਂ ਕੋਈ ਸੋਚਦਾ ਨਹੀਂ ਪਿਆ ਵੀ ਪੰਜਾਬ ਦਾ ਜਿਹੜਾ ਭੂਗੋਲਕ ਜਿਹੜਾ ਆਪਣੀ ਮਹੱਤਤਾ ਨਾ ਉਹ ਬੜੀ ਜ਼ਬਰਦਸਤ ਹੈ। ਇਹ ਪੂਰੇ ਏਸ਼ੀਆ ਨੂੰ, ਮੱਧ ਏਸ਼ੀਆ ਤੇ ਪੂਰੇ ਯੂਰਪ ਨਾਲ ਜੋੜਦਾ ਸੜਕ ਮਾਰਗ ਤੋਂ। ਇੱਕ ਮੈਂ ਇੱਥੇ ਸਵਾਲ ਜ਼ਰੂਰ ਰੱਖਣਾ ਚਾਹੂੰਗਾ। ਜਦੋਂ ਬਾਈ ਹੋਰੇ ਆਏ ਸੀ, ਬਾਈ ਹੋਰੇ ਕਹਿੰਦੇ ਸੀ ਕਿ ਮੇਰੇ ਵੀ ਦਿਮਾਗ ਦੇ ਵਿੱਚ ਇੱਕ ਰਿਸਕ ਸੀ, ਤੁਹਾਡੇ ਵੀ ਦਿਮਾਗ ਦੇ ਵਿੱਚ ਇੱਕ ਤਾਂ ਜ਼ਰੂਰ ਹੋਣਾ ਕਿ ਯਾਰ ਕੋਈ ਬੰਦਾ ਉਹ ਦੇਸ਼ ਮੁਲਕ ਜਿਹੜਾ ਛੱਡ ਕੇ, ਡਾਲਰਾਂ ਵਾਲਾ ਮੁਲਕ ਛੱਡ ਕੇ ਆ ਰਿਹਾ, ਪੈਸਿਆਂ ਵਾਲੇ ਮੁਲਕ ਦੇ ਵਿੱਚ, ਜਿਹੜਾ ਰੁਪਈਆਂ ਵਾਲੇ ਮੁਲਕ ਦੇ ਵਿੱਚ ਆ ਰਿਹਾ, ਤੇ ਉਹਨੂੰ ਮੈਂ ਘਾਟਾ ਨਹੀਂ ਪੈਣ ਦੇਣਾ, ਉਹਨੂੰ ਮੈਂ ਇਹੋ ਜਿਹੀ ਖੇਤੀ ਦਾ ਮਾਡਲ ਜਿਹੜਾ ਦੇਣਾ ਕਿ ਜਾਂ ਕੱਲ ਨੂੰ ਇਹ ਨਾ ਹੋਵੇ ਕਿ ਪੈਸਿਆਂ ਵਾਲਾ ਰੁਪਈਆਂ ਵਾਲਾ ਮੁਲਕ ਛੱਡ ਕੇ ਫੇਰ ਡਾਲਰਾਂ ਕਨੀ ਵਗ ਜੇ। ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਮੈਂ ਜਿਹੜਾ ਹੈਗਾ ਇਹਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ। ਠੀਕ ਹੈ। ਅਸੀਂ ਸਾਨੂੰ ਗੁਰੂ ਸਾਹਿਬ ਨੇ ਇੱਕ ਸੱਚ ਬਖਸ਼ਿਆ। ਠੀਕ ਹੈ। ਸੱਚ ਬੋਲਣ ਦੀ ਹਿੰਮਤ, ਹੁਨਰ ਬਖਸ਼ਿਆ। ਤਾਂ ਅਸੀਂ ਉਸ ਸੱਚ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਤੇ ਉਸ ਸੱਚ ਨੂੰ ਅੱਗੇ ਲੈ ਕੇ ਵਧਦੇ ਹੋਏ ਬਾਈ ਵਰਗੇ ਲੋਕ ਜੁੜਦੇ ਜਾਂਦੇ ਤੇ ਕਾਫਲਾ ਬਣਦਾ ਜਾਂਦਾ। ਤੇ ਜਿਹੜੀ ਚੀਜ਼ ਸੱਚ ਆ ਉਹ ਤਾਂ ਫਿਰ ਸਦੀਵੀ ਆ, ਉਹਦੇ 'ਚ ਕੋਈ ਖਤਰਾ ਹੈ ਨਹੀਂ। ਠੀਕ ਆ। ਇਹ ਇੱਕ ਖੇਤ ਨਹੀਂ ਹੈਗਾ ਇਸ ਮਾਡਲ ਤੇ। ਠੀਕ ਆ। ਬਾਈ ਦਾ ਖੇਤ ਹੋ ਗਿਆ। ਠੀਕ ਆ। ਫਿਰ ਸੁਲਤਾਨਪੁਰ ਲੋਧੀ ਇੱਕ ਪਿੰਡ ਆ, ਦੋਦਾ ਵਜ਼ੀਰ, ਉੱਥੇ ਤਿਆਰ ਕਰਾਇਆ। ਠੀਕ ਆ। ਆਪਣਾ ਕੋਟ ਕਰੋੜ ਕਲਾਂ ਤਿਆਰ ਕਰਾਇਆ ਫਿਰੋਜ਼ਪੁਰ ਜ਼ਿਲ੍ਹੇ 'ਚ। ਫਿਰ ਇੱਧਰ ਫਕਰਸਰ ਥੇੜੀ ਵਾਲਿਆਂ ਦਾ ਖੇਤ ਤਿਆਰ ਕਰਾਇਆ, ਰਾਜਵਿੰਦਰ ਢਾਲੀਵਾਲ ਦਾ ਖੇਤ ਤਿਆਰ ਕਰਾਇਆ, ਲੋਹਾਰਾ ਫਾਰਮ। ਤਾਂ ਇਹਦੇ ਪਿੱਛੇ ਸੱਚ ਆ, ਇਹਦੇ ਪਿੱਛੇ ਵਿਗਿਆਨ ਆ, ਇਹਦੇ ਪਿੱਛੇ ਪੂਰੀ ਵਿਗਿਆਨਕ ਸਮਝ ਆ। ਹੁਣ ਗੁਰਪ੍ਰੀਤ ਦਬੜੀ ਖਾਨੇ ਨੇ ਨਾ ਤਾਂ ਕੋਈ ਖੇਤੀ ਦੀ ਪੜ੍ਹਾਈ ਪੜ੍ਹੀ ਹੈ, ਨਾ ਗੁਰਪ੍ਰੀਤ ਦਬੜੀ ਖਾਨਾ ਖੁਦ ਖੇਤੀ ਕਰਦਾ ਕਿਉਂਕਿ ਮੇਰੇ ਕੋਲੇ ਜ਼ਮੀਨ ਹੈ ਨਹੀਂ। ਪਰ ਮੈਨੂੰ ਪ੍ਰਮਾਤਮਾ ਨੇ ਇਸ ਰਾਹ ਪਾਇਆ ਤੇ ਮੈਨੂੰ ਇਸ ਰਾਹ ਪਾ ਕੇ ਇਹ ਸਾਰੀ ਨੌਲੇਜ ਮੈਨੂੰ ਦਿੱਤੀ ਵਾਹਿਗੁਰੂ ਨੇ। ਤੇ ਹੁਣ ਉਹ ਨੌਲੇਜ ਜਿਹੜੀ ਹੈਗੀ ਆ, ਉਸ ਨੌਲੇਜ ਨੂੰ ਮੈਂ ਲੋਕਾਂ ਦੇ ਸਾਹਮਣੇ ਲੈ ਕੇ ਜਾਂਦਾ ਤੇ ਜਿਨ੍ਹਾਂ ਨੂੰ ਲੱਗਦਾ ਵੀ ਇਹਦਾ ਫਾਇਦਾ ਲਈਏ ਉਹ ਮੈਨੂੰ ਸੰਪਰਕ ਕਰਦੇ ਆ। ਸੋ ਮੇਰੇ ਮਨ 'ਚ ਕੋਈ ਤੌਖਲਾ ਨਹੀਂ ਹੁੰਦਾ ਕਦੇ ਵੀ। ਜੋ ਹੈਗਾ ਉਹਨੂੰ ਆਪਾਂ ਬੰਦੇ ਨੂੰ ਪੁੱਛ ਲਈਦਾ ਵੀ ਜੋ ਮੈਂ ਕਹਾਂਗਾ ਉਹ ਕਰੇਗਾ। ਉਹ ਕਹਿੰਦਾ ਹਾਂ, ਤਾਂ ਫਿਰ ਮੈਂ ਅਗਲੇ ਨੂੰ ਕਹਿੰਦਾ ਆ ਜਾ। ਤੇ ਉਦੋਂ ਬਾਅਦ ਤਾਂ ਫਿਰ ਪੌਂ 12 ਲਹਿਰਾਂ ਬਹਿਰਾਂ, ਵਾਹਿਗੁਰੂ ਦੀ ਕਿਰਪਾ। ਤੁਸੀਂ ਫਕਰਸਰ ਵਾਲਾ ਖੇਤ ਆਪਣਾ ਕੀਤਾ ਸੀ ਉਦੋਂ, ਹੁਣ ਜਾ ਕੇ ਦੇਖਿਓ 17 ਫੁੱਟ ਦਾ ਗੰਨਾ। ਠੀਕ ਹੈ। ਤੇ ਲੋਕ ਦੇਖ ਕੇ ਹੈਰਾਨ ਹੁੰਦੇ ਆ ਵੀ ਕੁਦਰਤੀ ਖੇਤੀ 'ਚ ਜਿੱਤੇ ਇੱਕ ਦਾਣਾ ਜ਼ਹਿਰ ਖਾਦ ਨਹੀਂ, ਇੱਕ ਤੁਪਕਾ ਜ਼ਹਿਰ ਨਹੀਂ, ਉੱਥੇ ਇਹ ਗੱਲ ਖੜੀ ਹੋ ਗਈ। ਠੀਕ ਹੈ। ਤਾਂ ਉਹ ਤਾਂ ਹੁੰਦੀ ਆ ਵੀ ਜੇ ਤੁਹਾਨੂੰ ਕੁਦਰਤੀ ਖੇਤੀ ਦੀ ਫਿਲਾਸਫੀ, ਉਹਦੇ ਸਿਧਾਂਤ, ਉਹਦੀ ਸਾਇੰਸ ਤੇ ਉਹਦੀ ਤਕਨੀਕ ਦਾ ਪੂਰਾ ਗਿਆਨ ਆ। ਇੱਕ ਸਵਾਲ ਮੈਂ ਬਾਈ ਤੋਂ ਵੀ ਲੈਣਾ ਚਾਹੂੰਗਾ। ਅੱਛਾ ਬਾਈ, ਇੱਕ ਚੀਜ਼ ਹੋਰ ਦੱਸਿਓ, ਜਿਵੇਂ ਹੁਣ ਇਹ ਚੀਜ਼ ਸਹੀ ਆ ਕਿ ਜਿਵੇਂ ਹੁਣ ਅਸੀਂ ਗੰਨਾ ਤਾਂ ਹੋਰ ਵੀ ਬਹੁਤ ਕਰਦੇ ਨੇ ਹੈ ਨਾ, ਮਿੱਲਾਂ ਦੇ ਵਿੱਚ ਸੁੱਟ ਕੇ ਆਉਂਦੇ ਨੇ। ਕਿਉਂਕਿ ਸੁੱਟਣਾ ਮੈਂ ਤਾਂ ਕਹਿ ਰਿਹਾ, ਕਿਸਾਨ ਖੁਦ ਹੀ ਕਹਿੰਦੇ ਨੇ ਕਿ ਮੈਂ ਫਸਲ ਸਿੱਟਣ ਚੱਲਿਆ, ਟਰਾਲੀ ਭਰ ਕੇ ਸਿੱਟਣ ਚੱਲਿਆ ਹੈ ਨਾ। ਤੁਸੀਂ ਸਿੱਟਦੇ ਤਾਂ ਨਹੀਂ, ਵੇਚਦੇ? ਨਹੀਂ ਜੀ, ਨਹੀਂ ਸਿੱਟਦੇ ਨਹੀਂ, ਵੇਚਦੇ ਆ ਬਿਲਕੁਲ। ਇਹ ਤਾਂ ਖੇਤ 'ਚੋਂ ਹੀ ਵਿਕਦਾ ਜੀ। ਅੱਛਾ। ਹਾਂਜੀ। ਖੇਤ ਤੁਹਾਡੀ ਫਸਲ ਜਿਹੜੀ ਆ ਖੇਤ ਦੇ ਵਿੱਚੋਂ ਆਪੇ ਆ ਕੇ ਲੈ ਕੇ ਜਾਂਦਾ, ਤੁਹਾਨੂੰ ਵੀ ਇਹ ਗੁਰਪ੍ਰੀਤ ਭਾਈ ਨੇ ਮੈਨੂੰ ਬਹੁਤ ਪਹਿਲਾਂ ਹੀ ਕਹਿਤਾ ਸੀ ਵੀ ਜਿਹੜੀ ਤੁਹਾਡੀ ਆਪਣੀ ਫਸਲ ਹੋਊਗੀ ਇੱਥੋਂ ਖੇਤ 'ਚੋਂ ਹੀ ਵਿਕੂਗੀ। ਤੇ ਉਹ ਸ਼ੁਰੂ ਹੋ ਚੁੱਕਿਆ ਜੀ। ਉਹ ਇੱਥੋਂ ਹਾਂਜੀ, ਇਹ ਹੁਣ ਉਹ ਚੀਜ਼ ਸ਼ੁਰੂ ਹੋ ਚੁੱਕੀ ਆ ਜੀ। ਰੀਸੈਂਟਲੀ ਹੋਈ ਆ, ਇਹਨੂੰ ਬਹੁਤਾ ਟਾਈਮ ਵੀ ਨਹੀਂ ਹੋਇਆ ਤੇ ਵਿਕਦੀ ਆ। ਯੈਸ, ਖੇਤ 'ਚੋਂ ਹੀ ਵਿਕਦੀ ਆ। ਅੱਛਾ, ਜਦੋਂ ਉਸ ਚੀਜ਼ ਨੂੰ ਬੂਰ ਪੈਂਦਾ ਆ ਤਾਂ ਉਦੋਂ ਫਿਰ ਖੁਸ਼ੀ, ਦਿਲ ਨੂੰ ਖੁਸ਼ੀ ਹੁੰਦੀ ਹੈ। ਮਿਹਨਤ ਰੰਗ ਲਿਆਉਂਦੀ ਆ ਜੀ, ਤੇ ਖੁਸ਼ੀ ਕਿਉਂ ਨਾ ਹੋਊਗੀ। ਬੜੀ ਲੰਮੀ ਮਿਹਨਤ ਆ ਜੀ। ਹਾਂਜੀ। ਇੱਕ ਵਾਰੀ ਦਿਲ ਯਾਨੀ ਬਿਲਕੁਲ ਹੀ ਟੁੱਟ ਗਿਆ ਸੀ ਦੇਖ ਕੇ, ਜਦੋਂ ਵੀ ਘਾਹ ਹੀ ਘਾਹ ਦਿਖਦਾ ਸੀ ਸਾਰਾ। ਤੇ ਉਦੋਂ ਬਾਅਦ ਜਦੋਂ ਦੁਬਾਰਾ ਫੇਰ ਉੱਠ ਕੇ ਬੰਦਾ ਖੜਾ ਹੋਇਆ ਹੋਵੇ ਤੇ ਫਿਰ ਮਿਹਨਤ ਦਾ
ਖੁਸ਼ੀ ਤਾਂ ਹੋਣੀ ਆ ਜੀ। ਉਦੋਂ ਜਦੋਂ ਦਿਲ ਟੁੱਟੇ ਸੀ ਫਿਰ ਆਪਣੇ ਆਪ ਨਾਲ ਕੀ ਗੱਲਾਂ ਕੀਤੀਆਂ ਸੀ? ਬਸ ਇਦਾਂ ਹੀ ਸੀਗਾ ਜੀ, ਘਰੇ ਵੀ ਲੱਗਦਾ ਸੀ ਬਜ਼ੁਰਗ ਤਾਂ ਮੰਜੇ ਤੇ ਹੀ, ਵੈਸੇ ਮੈਨੂੰ ਨਾਲ ਲੱਗਦਾ ਸੀ ਵੀ ਜੇ ਉਹ ਇੱਥੇ ਆਉਂਦੇ ਹੋਣ ਤੇ ਉਹਨਾਂ ਨੇ ਕਹਿਣਾ ਇੱਥੇ ਹੀ ਢਾਹ ਲੈਣਾ ਪਹਿਲਾਂ ਤਾਂ। ਇਹ ਡਾਲਰ ਛੱਡ ਕੇ ਰੁਪਈਆ ਵਾਲੇ ਪਾਸੇ ਆ ਗਏ, ਇੱਥੇ ਰਗੜਾ ਹਾਂਜੀ ਹਾਂਜੀ ਹਾਂਜੀ। ਤੇ ਪਰ ਨਹੀਂ, ਕਾਲੇ ਹੋਣਾ ਨੇ ਕਾਫੀ ਸਾਥ ਦਿੱਤਾ, ਮੁੰਡੇ ਨਾਲ ਹੈਗੇ ਆ ਜਿਹੜੇ, ਤੇ ਲੱਗੇ ਰਹੇ ਇੱਥੇ ਸਾਰਾ ਦਿਨ ਲੱਗੇ ਰਹਿਣਾ, ਕਈਆਂ ਨੇ ਰੰਬਿਆ ਨਾ, ਤੇ ਜਿੱਤ ਕੇ ਫਿਰ। ਹਾਂਜੀ, ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਦੋਂ ਤੁਸੀਂ ਸੱਚ ਦੇ ਮਾਰਗ ਤੇ ਪੂਰੇ ਦਿਲ ਨਾਲ ਚੱਲਦੇ ਹੋ ਤਾਂ ਤੁਹਾਨੂੰ ਤੁਹਾਡੇ ਇਮਤਿਹਾਨ ਤਾਂ ਹੋਣਗੇ, ਪਰ ਇਮਤਿਹਾਨਾਂ ਦੇ ਵਿੱਚੋਂ ਪਾਸ ਵੀ ਤੁਸੀਂ ਹੁੰਨੇ ਹੋ। ਕਿਉਂ ਇਹ ਜਿਹੜਾ ਖੇਤ ਆ, ਜਦੋਂ ਦੋ ਬੰਦੇ ਜਿਹੜੇ ਇੱਥੇ ਛੱਡੇ ਸੀ ਉਹਨਾਂ ਨੇ ਖੇਤ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਬਰਬਾਦ ਕਰਤਾ ਸੀ, ਸਾਂਭ ਸੰਭਾਲ ਨਹੀਂ ਕੀਤੀ, ਤੇ ਉਸ ਤੋਂ ਬਾਅਦ ਇਹ ਬਾਈ ਦਾ ਦਿਲ ਟੁੱਟ ਗਿਆ। ਇਹ ਕਹਿੰਦਾ ਯਾਰ 2-2.5 ਕਿੱਲੇ ਰੱਖ ਕੇ ਬਾਕੀ ਆਪਾਂ ਗੰਨਾ ਵਾਹ ਦਿੰਨੇ ਆ, ਤੇ ਉਹ ਜਿਹੜਾ ਪਿੱਛੇ ਗੰਨਾ ਖੜਾ ਉਹ ਵਾਹੁਣ ਦੀ ਤਿਆਰੀ ਸੀ। ਅੱਛਾ, ਠੀਕ ਹੈ, ਗੰਨਾ ਵਾਹੁਣ ਦੀ ਤਿਆਰੀ ਸੀ। ਹਾਂ, ਤੇ ਮੈਂ ਵੀ ਆਖਿਆ ਬਈ ਜੇ ਗੱਲ ਬਾਹਲੀ ਹੱਥੋਂ ਨਿਕਲ ਗਈ ਆ ਪਾਣੀ ਸਰੋਂ ਤਾਂ ਹਾਂ ਫਿਰ ਭਾਈ ਲੈ ਲਓ ਜੋ ਫੈਸਲਾ ਤੁਸੀਂ ਲੈਣਾ, ਠੀਕ ਹੈ। ਤਾਂ ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਣਾ ਤਾਂ ਉਹੀ ਹੁੰਦਾ। ਇਹਨਾਂ ਨੂੰ ਇੱਕ ਭਰਾ ਟੱਕਰ ਗਿਆ, ਕਾਲਾ ਸਿੰਘ, ਠੀਕ ਹੈ। ਤਾਂ ਕਾਲਾ ਸਿੰਘ ਜਿਹੜਾ ਹੈਗਾ, ਉਹਨੇ ਜਦੋਂ ਖੇਤ 'ਚ ਵੜਿਆ ਉਹ, ਤੇ ਉਹਨੇ ਬਾਈ ਨੂੰ ਵੀ ਨਾਲ ਹੀ ਵਾੜ ਲਿਆ। ਤੇ ਜਿਹੜਾ 2.5 ਮਹੀਨੇ ਇਹ ਕੈਨੇਡਾ ਲਾ ਕੇ ਆਇਆ ਸੀ, ਉਹੀ 2.5 ਮਹੀਨੇ ਫਿਰ ਇਹਨਾਂ ਨੇ ਖੇਤ 'ਚੋਂ ਨਿਕਲੇ ਨਹੀਂ। ਤੇ ਉਹ ਜਿਹੜੀ ਮਿਹਨਤ ਕੀਤੀ, ਵਾਹਿਗੁਰੂ ਨੇ ਕੀ ਸੋਚਿਆ ਹੁੰਦਾ, ਕੀ ਵਿਚਾਰਿਆ ਹੁੰਦਾ, ਉਸ ਮਿਹਨਤ ਦੇ ਦਮ ਤੇ ਅੱਜ ਇੱਥੇ ਵੇਲਣਾ ਚੱਲ ਰਿਹਾ। ਅੱਛਾ, ਇੱਕ ਚੀਜ਼ ਹੋਰ ਆ, ਜਦੋਂ ਇੱਥੇ ਬਾਈ ਧੁੱਪਾਂ ਦੇ ਵਿੱਚ ਕੰਮ ਕਰਨਾ ਪੈਂਦਾ ਹੋਣਾ, ਉਦੋਂ ਨਹੀਂ ਕਹਿੰਦੇ ਵੀ ਹਾਏ ਕੈਨੇਡਾ, ਹਾਏ ਕੈਨੇਡਾ? ਨਹੀਂ, ਮੈਨੂੰ ਵਧੀਆ ਲੱਗਦਾ ਜੀ। ਮੇਰਾ ਇੱਕ ਫਰੈਂਡ ਆ, ਹੁਣ ਚਲੇ ਗਿਆ ਉੱਥੇ ਬਾਹਰ, ਉਹ ਮੈਨੂੰ ਕਹਿੰਦਾ ਹੁੰਦਾ ਯਾਰ ਸਾਰਾ ਪਿੰਡ ਅੰਦਰ ਵੜਿਆ ਬੈਠਾ ਗਰਮੀ 'ਚ, ਤੂੰ ਕਹਿੰਦਾ ਚੱਲ ਖੇਤ ਨੂੰ ਚੱਲੀਏ ਨਾ। ਮੈਂ ਉਹਨੂੰ ਇੱਥੇ ਬਿਠਾ ਲੈਣਾ, ਲਿਆ ਕੇ ਇੱਥੇ ਬੈਠੇ ਰਹਿਣਾ, ਤਾਸ਼ ਤੂੰ ਖੇਡ ਲੈਣੀ ਚੱਲ ਨਾ ਉਸ ਵਕਤ। ਤੇ ਪਰ ਮੈਨੂੰ ਪਸੰਦ ਆ ਜੀ, ਜਿੰਨੀ ਗਰਮੀ 'ਚ ਪਸੀਨਾ ਨਿਕਲਦਾ ਆ, ਉਹਨਾਂ ਰੰਗ ਵੀ ਸ਼ਾਇਦ ਥੋੜਾ ਜਿਹਾ ਤਾਂ ਹੀ ਪੱਕਾ ਜ਼ਿਆਦਾ ਤੇ ਆਹ ਵੱਟਾ ਵੁੱਟਾ ਛੰਗਣੀਆਂ ਨਾ, ਜਾਂ ਕਿੱਦਾਂ, ਵਧੀਆ ਲਾਈਕ ਕਰਦਾ ਜੀ ਮੈਂ ਇਹ ਚੀਜ਼। ਕੰਮ ਧੁੱਪ 'ਚ ਹਾਰਡ ਵਰਕ ਕਰਨਾ ਤਾਂ ਵਧੀਆ ਲੱਗਦਾ ਜੀ। ਜੇ ਉਧਰ ਜਿੰਨਾ ਹਾਰਡ ਵਰਕ ਤੁਸੀਂ ਮੈਂ ਇੱਧਰ ਕਰ ਰਹੇ ਹੋ, ਹੁਣ ਆਪ ਦਾ ਤੁਸੀਂ ਜਿਹੜਾ ਯੂਨਿਟ ਆਪ ਦੀ ਲਾਈ ਹੋਈ ਹੈ ਹਨਾ, ਤਾਂ ਕੱਲ ਨੂੰ ਆਪ ਦੀ ਪ੍ਰੋਸੈਸਿੰਗ ਯੂਨਿਟ ਦਾ ਆਪ ਦਾ ਨਾਮ ਬਣਨਾ, ਇਹ ਤਾਂ ਹੈ ਕਿ ਜੇ ਉਨੀ ਮਿਹਨਤ ਆਪਾਂ ਇੱਧਰ ਹੀ ਕਰਾਂਗੇ ਤਾਂ ਇੱਧਰ ਹੀ ਬੜਾ ਕੁਝ ਕਮਾ ਲਾਂਗੇ। ਹਾਂਜੀ, ਵੱਧ ਕਮਾ ਲਾਂਗੇ, ਤੁਸੀਂ ਨਾਮ ਵੀ ਕਮਾਓਗੇ ਉੱਥੇ, ਤਾਂ ਇਕੱਲੇ ਤੁਸੀਂ ਡਾਲਰ ਹੀ ਕਮਾਉਂਦੇ ਆ ਨਾ, ਉਹ ਵੀ ਆਪਣੇ ਲਈ ਕਮਾਉਂਦੇ ਆ ਤੁਸੀਂ। ਉਹ ਵੀ ਸਿਰਫ ਤੁਹਾਡੇ ਆਪਣੇ ਲਈ ਆ, ਤੁਹਾਡੇ ਬੱਚਿਆਂ ਲਈ ਵੀ ਨਹੀਂ ਹੈ ਉਹ, ਕਿਉਂਕਿ ਬੱਚੇ ਵੀ ਉੱਥੇ ਵੱਡੇ ਹੋ ਕੇ ਕਹਿ ਦਿੰਦੇ ਡੈਡ ਦੈਟਸ ਯੋਰ ਹਾਊਸ ਰਾਈਟ, ਡੋਂਟ ਵਰੀ, ਕਹਿੰਦੇ ਵੀ ਆਪਾਂ ਆਪਣਾ ਬਣਾ ਲਾਂਗੇ ਜਨਾ, ਵੀ ਕੋਈ ਗੱਲ ਨਹੀਂ ਕਹਿੰਦੇ ਡੈਡ, ਹਨਾ। ਤੇ ਉਹ ਵੀ ਤੁਹਾਡੇ ਆਪਣੇ ਦੇ ਜੋਗਾ ਹੀ ਰਹਿ ਜਾਂਦਾ ਆ। ਫਿਰ ਤੁਸੀਂ ਬੱਚਿਆਂ ਦਾ ਤਾਂ ਜਾਣਾ ਹੀ ਜਾਣਾ ਜੀ, ਉਹਨਾਂ ਨੇ ਜਾਣੀ ਉਹਨਾਂ ਦੀ ਮੈਰਿਜ, ਕਿਉਂਕਿ ਹੁਣ ਉਹਨਾਂ ਦੀ ਤਾਂ ਮਾਂ ਬੋਲੀ ਵੀ ਉਹੀ ਬਣ ਗਈ, ਜੰਮੇ ਪਲੇ ਉੱਥੇ ਆ ਜਦੋਂ, ਹੁਣ ਆਪਾਂ ਆਪਣਾ ਸਾਰਾ ਕੁਝ ਹੀ ਗਵਾ ਲੈਂਦੇ ਆ। ਇਹ ਸਮਝ ਜਦੋਂ ਨੂੰ ਆਉਂਦੀ ਨਾ ਬੰਦੇ ਦੀ, ਉਦੋਂ ਨੂੰ ਉਮਰ ਲੰਘ ਚੁੱਕੀ ਹੁੰਦੀ ਆ ਜੀ। ਬਾਕੀ ਜਿਹੜਾ ਡਾਲਰਾਂ ਵਾਲਾ ਮਸਲਾ, ਉਹ ਡਾਲਰ ਕਮਾਇਆ ਦਾ ਉੱਥੇ ਦਾ ਕੋਈ ਭਾਅ ਨਹੀਂ, ਉਹ ਡਾਲਰਾਂ ਦਾ ਭਾਅ ਇੱਥੇ ਆ, ਤੇ ਇੱਥੇ ਕਿਸੇ ਨੇ ਆ ਕੇ ਰਹਿਣਾ ਨਹੀਂ, ਠੀਕ ਹੈ। ਜਦੋਂ ਇੱਥੇ ਕਿਸੇ ਨੇ ਰਹਿਣਾ ਨਹੀਂ, ਤੇ ਸਾਲ 'ਚ 2 ਮਹੀਨੇ ਇੱਥੇ ਆ ਕੇ, 3-4 ਸਾਲਾਂ ਬਾਅਦ 2 ਮਹੀਨੇ ਇੱਥੇ ਆ ਕੇ, ਤੇ ਬਾਕੀ ਸਾਰੇ ਪਿੰਡ ਨੂੰ ਲੂਤੀ ਜੀ ਲਾ ਜਾਣੀ ਵੀ ਆਹ ਡਾਲਰਾਂ ਵਾਲਿਆਂ ਦੀ ਚੜ੍ਹਾਈ ਬਹੁਤ ਆ, ਕੋਠੀ ਜੀ ਪਾ ਜਾਣੀ। ਹਾਂ, ਤਾਂ ਉਹਦੇ ਕਰਕੇ ਪਿੱਛੇ ਜਿਹੜਾ ਚੰਗਾ ਭਲਾ ਵੀ ਕੋਈ ਵੱਸਦਾ ਹੁੰਦਾ, ਉਹਨੂੰ ਵੀ ਅੱਚ ਵੀ ਲੱਗ ਜਾਂਦੀ ਹੈ ਵੀ ਸਾਲੀ ਮੌਜ ਤਾਂ ਕੈਨੇਡਾ 'ਚ ਹੀ ਆ, ਠੀਕ ਹੈ। ਉਹਨੂੰ ਕੈਨੇਡਾ ਵਾਲੀ ਮੌਜ, ਕੈਨੇਡਾ 'ਚ ਉਹਨਾਂ ਡਾਲਰਾਂ ਦੀ ਉਨੀ ਵੈਲਿਊ ਨਹੀਂ ਹੈਗੀ ਜਿੰਨੀ ਇੱਥੇ ਆ। ਤੇ ਆਉਣ ਵਾਲਾ ਜਿਹੜਾ ਟਾਈਮ ਹੈ, ਜਿੰਨੇ ਵੀ ਲੋਕ ਉੱਧਰ ਬੈਠੇ ਆ, ਤੇ ਜਿਹੜੇ ਬੁੱਧੀਜੀਵੀ ਕਿਸਮ ਦੇ ਬੰਦੇ ਆ, ਜਿਹੜੇ ਜ਼ਮੀਨ ਨਾਲ ਜੁੜੇ ਹੋਏ ਆ, ਉਹ ਇਹ ਕਹਿ ਰਹੇ ਆ ਕਿ ਆਉਂਦੇ 10 ਸਾਲ ਆ ਜਿਹੜੇ, ਉਹਨਾਂ 10 ਸਾਲਾਂ ਦੇ ਵਿੱਚ ਕੈਨੇਡਾ ਤੋਂ ਵਾਪਸੀ ਸ਼ੁਰੂ ਹੋ ਜਾਊਗੀ। ਜਿਹੜੇ ਹੁਣ ਗਏ ਹੋਏ ਆ ਲੋਕ, ਤੇ ਕੈਨੇਡਾ ਨੇ ਉਹਨਾਂ ਨੂੰ ਚੱਲਣਾ ਨਹੀਂ, ਅਮਰੀਕਾ ਨੇ ਉਹਨਾਂ ਨੂੰ ਚੱਲਣਾ ਨਹੀਂ। ਬਹੁਤ ਹਾਲਾਤ ਜਿਹੜੇ ਹੈਗੇ ਬੁਰੇ ਹੋਣ ਜਾ ਰਹੇ ਆ। ਇੱਕ ਚੀਜ਼ ਹੋਰ ਤੁਸੀਂ ਬਾਈ ਬੱਚਿਆਂ ਦੀ ਵੀ ਗੱਲ ਕੀਤੀ ਆ, ਪਰਿਵਾਰ ਦੀ ਗੱਲ ਕੀਤੀ ਆ, ਪਰਿਵਾਰ ਸਮੇਤ ਹੀ ਪ੍ਰਵਾਸ ਇੱਧਰ ਹੋਇਆ ਜਾਂ ਇਕੱਲੇ ਆਪਦਾ ਹੀ ਮਨ ਬਣਿਆ? ਹਾਂਜੀ, ਨਹੀਂ ਸਾਰਾ ਪਰਿਵਾਰ ਹੀ ਇੱਥੇ ਜੀ। ਅੱਛਾ, ਪਰਿਵਾਰ ਹੀ ਇੱਥੇ? ਹਾਂਜੀ ਹਾਂਜੀ ਹਾਂਜੀ। ਪਰਿਵਾਰ ਨੇ ਨਹੀਂ ਫਿਰ ਕਿਹਾ ਕਿ ਨਹੀਂ ਸੋਹਣਾ ਮੁਲਕ ਛੱਡ ਕੇ, ਕਿਉਂਕਿ ਸੋਹਣਾ ਮੈਂ ਤਾਂ ਕਹਿੰਦਾ ਨਾ, ਬਾਹਰਲੇ ਮੁਲਕਾਂ ਨੂੰ ਹਰੇਕ ਸੋਹਣਾ ਕਹਿੰਦਾ ਵੀ ਯਾਰ ਸੋਹਣਾ ਮੁਲਕ ਛੱਡ ਕੇ ਅਸੀਂ ਆਹ ਮੁਲਕ 'ਚ ਆਏ ਆ। ਹਾਂਜੀ ਬਈ, ਸਾਡੇ ਨਾਲ ਥੋੜਾ ਜਿਹਾ ਡਿਫਰੈਂਟ ਹੋਇਆ, ਜਿਵੇਂ ਕਹ ਲਓ ਵੀ ਇਸ ਪਾਸੇ ਨੂੰ ਗੁਰਸਿੱਖੀ ਜੀਵਨ ਜਿਉਣ ਦਾ ਮਹਾਰਾਜ ਨੇ ਬਖਸ਼ਿਆ ਨਾ, ਉਦੋਂ ਬਾਅਦ ਸਾਡੀ ਲਾਈਫ ਸਾਦੀ ਹੋ ਗਈ ਬਹੁਤ ਜ਼ਿਆਦਾ।
ਜਾਂਦਾ, ਘਰ ਦੇ ਵਿੱਚ ਵੀ ਖਾਣਾ ਪੈਣਾ ਉਹਨਾਂ ਨਾਲ ਵੀ, ਹੋਰ ਵੀ ਸਬਰ ਜਿਹਾ ਆ ਗਿਆ ਇੱਕ, ਸਾਰੇ ਪਰਿਵਾਰ ਨੂੰ ਹੀ ਆ ਗਿਆ। ਪਹਿਲਾਂ ਵਾਲ ਵੂਲ ਕੱਟੇ ਹੁੰਦੇ, ਪਹਿਲਾਂ ਲਾਈਫ ਕੁਛ ਹੋਰ ਸੀਗੀ ਅੱਛਾ ਤੇ ਬਸ ਵੀ ਸਾਰਿਆਂ ਦਾ ਹੀ ਲਾਈਫ ਚੇਂਜ ਹੋ ਗਈ। ਕਿਸੇ ਨੂੰ ਕੋਈ ਇੰਨੀ ਚਮਕ ਦਮਕ ਨਾ ਹੈ ਨਹੀਂ ਜਿਵੇਂ ਦੁਨੀਆ ਦੀਆਂ ਚਮਕਾਂ ਜ਼ਿਆਦਾ, ਜਿਵੇਂ ਆਪਾਂ ਦੇਖ ਕੇ ਹੈ ਨਾ ਅਟਰੈਕਟ ਹੁੰਦੇ ਆ ਜਾਂ ਕਿੱਦਾਂ। ਸੋ ਉਸ ਪਾਸਿਓਂ ਥੋੜ੍ਹਾ ਜਿਹਾ ਬਸ ਕੁਦਰਤ ਨੇ ਮੋੜ ਲਿਆਂਦਾ ਕਹਿ ਲਓ ਜਦੋਂ ਤੁਸੀਂ। ਮਤਲਬ ਇਹ ਆ ਕੁੱਲ ਮਿਲਾ ਕੇ ਵੀ ਜਦੋਂ ਜਦੋਂ ਬਾਬੇ ਦੇ ਲੜ ਲੱਗਿਓ, ਗੁਰੂ ਦੇ ਲੜ ਤੁਸੀਂ ਲੱਗਿਓ, ਉਸ ਤੋਂ ਬਾਅਦ ਪੂਰੀ ਜ਼ਿੰਦਗੀ ਜਿਹੜੀ ਆ ਉਹ ਬਦਲ ਗਈ। ਤਾਂ ਸੋਚਿਆ ਫਿਰ ਯਾਰ ਆਪਦੀ ਧਰਤੀ ਤੋਂ ਹੀ ਕੁਛ ਨਾ ਕੁਛ ਕਮਾਇਆ ਜਾਵੇ, ਜਿਹੜੀ ਸਾਡੀ ਧਰਤੀ ਹੈ ਨਾ। ਹਾਂਜੀ ਇਹ ਕੀੜਾ ਤਾਂ ਪਹਿਲਾਂ ਹੀ ਸੀਗਾ ਵੈਸੇ ਵੀ, ਮੁੜਨਾ ਹੀ ਮੁੜਨਾ, ਮੁੜਨਾ ਹੀ ਮੁੜਨਾ ਨਾ। ਮੇਰੇ ਭਰਾ ਹੁਣ ਕਹਿਣ ਲੱਗ ਪਏ ਸੀ, ਕਹਿੰਦੇ ਹੁਣ 17-18 ਸਾਲ ਹੋ ਗਏ ਆ, ਹੁਣ ਰਹਿਣ ਦੇ, ਹੁਣ ਨਾ ਕਿਆ ਕਰ ਮੁੜਨਾ ਉੱਧਰ ਬੈਠੇ ਨੇ ਕਈ ਵਾਰੀ ਜੋ ਗੱਲਾਂ ਕਰਨੀਆਂ ਸੀ ਤੇ ਹਨਾ, ਪਰ ਚਲੋ ਮਹਾਰਾਜ ਨੇ ਛੇਤੀ ਮੋੜ ਲਿਆਂਦਾ। ਮੈਂ ਸਮਝਦਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਮੇਰੇ ਮਨ 'ਚ ਸੀਗਾ ਵੀ ਉਹ ਖੇਤੀ ਕਰਨੀ ਆ, ਤੇ ਉਹਨਾਂ ਨੇ ਆਪ ਹੀ ਬਾਂਹ ਫੜ ਕੇ ਲੈ ਕੇ ਆਂਦਾ ਇੱਥੇ। ਤੇ ਜਿਹੜਾ ਗੰਨਾ ਡਿੱਗਿਆ ਹੋਇਆ ਵੀ ਸਾਨੂੰ ਦੁਬਾਰਾ ਚੱਕਿਆ ਵੀ, ਇਹ ਵੀ ਗੁਰੂ ਸਾਹਿਬ ਆਪ ਹੀ ਕਰਨਾ। ਹੁਣ ਮਤਲਬ ਇਹ ਤਾਂ ਮਨ ਦੇ ਵਿੱਚ ਹੈਗਾ ਦ੍ਰਿੜ ਇਰਾਦਾ ਵੀ ਭਾਵੇਂ ਕਿੰਨੇ ਵਾਰੀ ਡਿੱਗ ਕੇ ਉੱਠਣਾ ਪਵੇ, ਹੁਣ ਮੁਲਕ ਆਪਣੇ ਦੇ ਵਿੱਚ ਹੀ ਕਮਾਉਣਾ, ਆਪਣੇ ਦੇ ਵਿੱਚ ਹੀ ਖਾਣਾ, ਇੱਥੇ ਸਾਰਾ ਕੁਝ। ਹਾਂਜੀ ਇੱਥੇ ਹੀ ਸਾਰਾ ਅੱਛਾ ਹੁਣ ਇੱਕ ਗੱਲ ਹੋਰ ਦੱਸਿਓ ਜੀ। ਥੋੜੀ ਜਿਹੀ ਗੱਲ ਕਹਿਣੀ ਚਾਹਣਾ, ਇਹ ਬਾਈ ਆ ਜਿਹੜਾ, ਇਹ ਬਾਈ ਇਸ ਸੋਚ ਦੇ ਨਾਲ ਵਾਪਸ ਪੰਜਾਬ ਆ ਗਿਆ ਵੀ ਮੈਂ ਆਪਣੇ ਲੋਕਾਂ ਨੂੰ ਸ਼ੁੱਧ ਖਵਾਉਣਾ ਚਾਹੁੰਦਾ, ਤੇ ਉਹਦੇ ਲਈ ਮੈਂ ਮਿਹਨਤ ਕਰਾਂਗਾ ਕੁਦਰਤੀ ਖੇਤੀ ਦੇ ਤਹਿਤ। ਕੁਦਰਤੀ ਖੇਤੀ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ, ਹੱਥ ਨਾਲ ਸਾਰੇ ਕੰਮ ਆ, ਵੱਟਾਂ ਘੜੋ, ਘਾਹ ਖੁਰਚੋ, ਗੁੱਡੋ ਗਡਾਈ, ਇਹ ਸਾਰਾ ਕੁਝ ਹਨਾ। ਤਾਂ ਇੱਕ ਬੰਦਾ ਚੰਗੀ ਭਲੀ ਉਹ ਸੌਖੀ ਜੀ ਲਾਈਫ ਜੇ ਉਸ ਹਿਸਾਬ ਨਾਲ ਸੌਖੀ ਦੇਖੀਏ ਤਾਂ ਉਹ ਛੱਡ ਕੇ ਇੱਥੇ ਆ ਕੇ ਔਖਾ ਹੋ ਰਿਹਾ, ਠੀਕ ਹੈ। ਤੇ ਉਹਦਾ ਨਿੱਜੀ ਮਫਾਦ ਨਹੀਂ ਹੈਗਾ ਕੱਲਾ ਇਹਦੇ 'ਚ, ਠੀਕ ਹੈ। ਉਹ ਕਹਿ ਰਿਹਾ ਵੀ ਪੰਜਾਬ ਦਾ ਬੁਰਾ ਹਾਲ ਹੋ ਗਿਆ, ਜ਼ਹਿਰ ਦੇ ਨਾਲ ਮਾਰੇ ਜਾ ਰਹੇ ਆ ਲੋਕ, ਤੇ ਇਹਨਾਂ ਨੂੰ ਕੁਝ ਇਹੋ ਜਿਹਾ ਮਾਡਲ ਸਿਰਜ ਕੇ ਦੇਈਏ ਵੀ ਜ਼ਹਿਰਾਂ ਤੋਂ ਪੰਜਾਬ ਦਾ ਸਦੀਵੀ ਰੂਪ ਨਾਲ ਖਹਿੜਾ ਛੁੱਟੇ। ਤਾਂ ਉਸ ਮਕਸਦ ਨਾਲ ਇਹ ਬਾਈ ਵਾਪਸ ਆਇਆ, ਤੇ ਇਹਨੇ ਇਹ ਏਡਾ ਵੱਡਾ ਵਿੱਢ ਕੇ ਤੇ ਇਹਨੂੰ ਹੁਣ ਸਿਰੇ ਲਾਉਣਾ ਸ਼ੁਰੂ ਕਰਤਾ, ਪ੍ਰੋਡਕਸ਼ਨ ਆਉਣੀ ਸ਼ੁਰੂ ਹੋ ਗਈ ਹੈ। ਹੁਣ ਮੈਂ ਲਾਸਟ ਜਿਹੜੀ ਗੱਲ ਕਹਿਣੀ ਚਾਹੁੰਦਾ, ਹੁਣ ਇਹ ਤਾਂ ਆ ਗਿਆ ਬਾਈ, ਇਹ ਕਹਿੰਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ। ਹੁਣ ਇਹਨੂੰ ਇੱਥੇ ਰੱਖਣਾ ਜਾਂ ਨਾ ਰੱਖਣਾ ਜਿਹੜੇ ਸਾਨੂੰ ਸੁਣ ਰਹੇ ਹੈ ਉਹਨਾਂ ਤੇ ਡਿਪੈਂਡ ਕਰਦਾ, ਸਮਾਜ ਤੇ ਆ। ਵੀ ਇੱਕ ਬੰਦਾ ਕੈਨੇਡਾ ਛੱਡ ਕੇ ਸਾਡੇ ਸਿਰ ਤੇ ਇੱਥੇ ਆ ਗਿਆ, ਤੇ ਜੇ ਹੁਣ ਇਹਦਾ ਨਾਲ ਨਹੀਂ ਖੜੋਗੇ, ਇਹਦਾ ਸਮਾਨ ਵੱਡੇ ਪੱਧਰ ਤੇ ਨਹੀਂ ਖਰੀਦੋਗੇ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹਦੇ ਸਮਾਨ ਦੀ ਗੱਲ ਨਹੀਂ ਲੈ ਕੇ ਜਾਓਗੇ, ਤੇ ਫੇਰ ਤਾਂ ਬਈ ਆਪਣਾ ਕਸੂਰ ਹੋਊਗਾ ਨਾ ਜੇ ਇਹ ਵਾਪਸ ਜਾਊਗਾ, ਠੀਕ ਹੈ। ਇਹਨੂੰ ਵਾਪਸ ਨਹੀਂ ਜਾਣ ਨਹੀਂ ਦੇਣਾ, ਉਹਦੇ ਤੇ ਤੁਹਾਡਾ ਰੋਲ ਵੀ ਆ ਗਿਆ। ਹਾਂ ਪੂਰਾ, ਬਿਲਕੁਲ। ਅੱਛਾ ਇੱਕ ਚੀਜ਼ ਹੋਰ ਦੱਸਿਓ ਬਾਈ, ਹੁਣ ਇੱਥੇ ਆ ਕੇ ਕਿੰਨੀ ਕੁ ਇਨਵੈਸਟਮੈਂਟ ਤੁਸੀਂ ਜਿਹੜੀ ਹੈਗੀ ਉਹ ਕੀਤੀ ਹੈ? ਜਿਵੇਂ ਅਸੀਂ ਜਿਹੜਾ ਹੈ ਘਲਾੜਾ ਲਾਇਆ, ਕਿੰਨੀ ਕੁ ਇਨਵੈਸਟਮੈਂਟ ਇਹ ਤੇ ਕਰੀਏ? ਇਹ ਤੇ ਜਿਵੇਂ ਕਿ ਗੁਜਰਾਤ ਚੋਂ ਮੰਗਾਇਆ ਜੀ, ਇਹ ਕ੍ਰੈਸ਼ਰ ਅੱਜ ਕੱਲ੍ਹ ਆਉਂਦੇ ਆ ਨਾ ਘਲਾੜੇ। ਪਹਿਲੇ ਉਹ ਗੋਗੜਾਂ ਵਾਲੇ ਹੁੰਦੇ ਸੀਗੇ, ਉਹ ਥੋੜ੍ਹੇ ਜਿਹੇ ਪੁਰਾਣੇ ਆਊਟਡੇਟਡ ਹੋ ਗਏ ਇੱਕ ਤਾਂ, ਤੇ ਇਹ ਤੇ ਲੱਗ ਗਿਆ ਜੀ ਕੋਈ 6-7 ਲੱਖ ਰੁਪਇਆ ਸਾਰਾ। ਹਾਂਜੀ ਹਾਂਜੀ ਸਾਰੀ ਲੱਗ ਗਈ ਹੈ, ਜਿਵੇਂ ਸ਼ੈੱਡ ਵੀ ਬਣਾਉਣਾ ਪਿਆ, ਸਾਰਾ ਕੁਝ ਸਿੰਗਲ ਟਾਈਮ ਇਨਵੈਸਟਮੈਂਟ ਹੀ ਹੈ। ਹਾਂਜੀ ਸਿੰਗਲ ਟਾਈਮ, ਹਾਂਜੀ। ਯਾਨੀ ਕੋਈ ਤਕਰੀਬਨ 2.5 ਲੱਖ ਦੀ ਰੇਂਜ 'ਤੇ ਤੁਹਾਨੂੰ ਘਲਾੜਾ ਇੱਥੇ ਪਹੁੰਚ ਹੁੰਦੀ ਆ। ਮੇਨ ਵੱਡੀ ਤਾਂ ਇਹੀ ਆ ਨਾ। ਤੇ ਚਲੋ ਅਸੀਂ ਥੋੜ੍ਹਾ ਜਿਹਾ ਟਰੈਕਟਰ ਵੀ ਸ਼ੌਂਕ ਨਾਲ ਲੈ ਲਿਆ, ਜਿਹਦੇ ਤੋਂ ਕਿ ਬੰਦਾ ਬਚ ਸਕਦਾ ਜੇ ਨਹੀਂ ਲੈਣਾ ਤਾਂ ਨਾ। ਸੋ ਤਕਰੀਬਨ ਜੇ ਕਿਸੇ ਨੇ ਆਮ ਉੱਦਾਂ ਸ਼ੁਰੂ ਕਰਨਾ ਹੈਗਾ ਵੀ 4 ਦੀ ਰੇਂਜ ਦੇ ਵਿੱਚ ਤੁਸੀਂ ਵਧੀਆ ਸ਼ੁਰੂ ਕਰ ਸਕਦੇ ਹੈਗੇ, ਸ਼ੁਰੂਆਤ ਕਰ। ਹਾਂਜੀ ਨਵਾਂ ਆਪਣਾ ਕ੍ਰੈਸ਼ਰ ਵਗੈਰਾ ਲੈ ਕੇ ਤੁਸੀਂ। ਅੱਛਾ ਇੱਕ ਚੀਜ਼ ਹੋਰ ਦੱਸਿਓ, ਹੁਣ ਜਿਵੇਂ ਚੰਗਾ ਖਾਣ ਵਾਲਿਆਂ ਦੀ ਮਤਲਬ ਡਿਮਾਂਡ ਤਾਂ ਬਹੁਤ ਆ। ਜਿਵੇਂ ਆਪਾਂ ਆਉਂਦੇ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਸ਼ਾਇਦ ਮੈਨੂੰ ਐਂ ਲੱਗਦਾ ਵੀ ਜਿੰਨਾ ਕੁ ਗੰਨਾ ਐਤਕੀ ਬੀਜਿਆ ਇਹ ਘਟੂਗਾ। ਹਾਂਜੀ ਹਾਂਜੀ, ਮੈਨੂੰ ਲੱਗਦਾ ਵੀ ਛੇਤੀ ਅਸੀਂ ਇਹਦੀ ਸਮਾਪਤੀ ਕਰ ਦੇਣੀ ਹੈਗੀ ਆ ਜੀ, ਤੇ ਅੱਗੇ ਹੋਰ ਰਕਬਾ ਜੋੜਾਂਗੇ। ਮੈਂ ਗੁਰਪ੍ਰੀਤ ਭਾਈ ਨਾਲ ਉਹੀ ਸਲਾਹ ਕਰਦਾ ਹੁੰਦਾ ਸੀ ਵੀ ਕਿੰਨਾ ਕੁ ਹੋਰ ਜੋੜੀਏ, ਕਿਵੇਂ ਕਰੀਏ। ਅੱਛਾ ਹੁਣ ਇੱਥੋਂ ਕੀ ਬਣ ਕੇ ਜਿਹੜਾ ਹੈਗਾ ਉਹ ਮਾਰਕੀਟ ਦੇ ਵਿੱਚ ਜਾ ਰਿਹਾ? ਗੁੜ ਬਣ ਰਿਹਾ, ਸ਼ੱਕਰ ਬਣ ਰਹੀ, ਕੀ ਚੀਜ਼ਾਂ ਨੇ? ਹਾਂਜੀ ਗੁੜ ਬਣ ਰਿਹਾ, ਸ਼ੱਕਰ ਬਣ ਰਹੀ ਆ, ਤੇ ਇੱਕ ਸਾਡੇ ਕੋਲੇ ਫਰਮੇ ਲਿਆਂਦੇ ਪਏ ਆ। ਬਸ ਉਹਨਾਂ ਤੇ ਹੁਣ ਅਸੀਂ ਉਹਨੂੰ ਗੁੜ ਨੂੰ ਵੱਖਰੇ ਵੱਖਰੇ ਰੂਪ ਦੇ ਕੇ ਛੋਟੀਆਂ ਟੁਕੜੀਆਂ ਜਿਵੇਂ ਬਰਫੀ ਟਾਈਪ ਜਾਂ ਹੋਰ, ਹਾਂਜੀ ਉਹ ਟਰਾਈ ਕਰਨੀ ਹੈਗੀ ਆ। ਉਹ ਟਰਾਈ ਕਰਨੀ, ਹਾਂਜੀ। ਇਹ ਹੁਣ ਮੈਨੂੰ ਲੱਗਦਾ ਜਿੰਨਾ ਕੋ ਬਣਦਾ ਮੇਰੇ ਹਿਸਾਬ ਨਾਲ ਸੇਲ ਹੋ ਜਾਂਦਾ, ਜੋ ਥੋੜਾ ਮੋਟਾ ਬਚਦਾ। ਹਾਂਜੀ ਤਕਰੀਬਨ ਸੇਲ ਹੋ ਜਾਂਦਾ, ਬਚਿਆ ਵੀ ਪਿਆ ਕੁਛ ਕਰ, ਤੇ ਰਾਈਟ ਵੇ ਨਹੀਂ ਵਿਕਦਾ, ਕਈ ਵਾਰੀ 1-2 ਦਿਨ ਰੁਕ ਕੇ ਵਿਕ ਜਾਂਦਾ ਤੇ ਨਿਕਲ ਹੀ ਜਾਂਦਾ ਵੈਸੇ। ਹਾਂਜੀ ਵਿਦੇਸ਼ ਦੇ ਵਿੱਚ ਹੁਣ ਅਮਰੀਕਾ ਹੀ ਗਿਆ ਹੁਣ ਤੱਕ? ਹਾਂਜੀ ਵਿਦੇਸ਼ 'ਚ ਅਮਰੀਕਾ ਹੀ ਗਿਆ। ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਤਾਂ ਹੋਰ ਵੀ। ਹਾਂਜੀ ਦੇਖੋ ਜੀ, ਸ਼ਾਇਦ ਮਹਾਰਾਜ ਕਿਰਪਾ ਕਰਨਗੇ ਤਾਂ ਜ਼ਰੂਰ ਜਾਊਗਾ, ਪਰ ਪਿਓਰਟੀ ਦੀ ਗਰੰਟੀ ਆਈ। ਹਾਂਜੀ ਜਿਸ ਦਿਨ ਤੋਂ ਇਸ ਖੇਤ 'ਚ ਵੜੇ ਆ, ਇੱਕ ਤਬਕਾ ਵੀ ਕਿਸੇ ਯਾਨੀ ਯੂਰੀਆ ਦਾ ਜਾਂ ਕਿਸੇ ਵੀ ਹੋਰ ਕੈਮੀਕਲ ਦਾ ਨਹੀਂ ਅਸੀਂ ਵਰਤਿਆ। ਇਸ ਚੀਜ਼ ਦੀ ਗਰੰਟੀ ਹੈ ਵੀ ਕੋਈ ਵੀ ਤੁਹਾਨੂੰ ਇੱਥੇ ਕੋਈ ਰੇ ਸਪਰੇ ਜਾਂ ਜ਼ਹਿਰ ਜਿਹੜੀ ਉਹ ਨਹੀਂ ਮਿਲੂਗੀ। ਹਾਂਜੀ ਜਿਹੜਾ ਪ੍ਰੋਡਕਟ ਸਾਡੇ ਖੇਤ 'ਚੋਂ ਕੋਈ ਜ਼ਹਿਰ ਮੁਕਤ ਹੀ ਹੋਣਾ। ਈਵਨ ਜਿਹੜਾ ਗੁੜ ਵੀ ਤਿਆਰ ਹੋ ਰਿਹਾ ਨਾ, ਉਹਦੇ 'ਚ ਵੀ ਮਿੱਠਾ ਸੋਡਾ ਵਗੈਰਾ ਬਿਲਕੁਲ ਕੁਛ ਵੀ ਨਹੀਂ ਪਾਇਆ ਜਾ ਰਿਹਾ ਜੀ। ਹਾਂਜੀ 100% ਪਿਓਰ ਹੈ, ਸਹੀ ਤਰੀਕੇ ਨਾਲ। ਹਾਂਜੀ ਪਿੰਡੀ ਦੇ ਪਾਣੀ ਨਾਲ ਉਹਦੀ ਮੈਲ ਕੱਢਦੇ ਆ ਜ਼ਿਆਦਾਤਰ ਅਸੀਂ। ਹਾਂਜੀ। ਅੱਛਾ ਹੁਣ ਬਾਈ ਜਿਹੜੇ
ਆ ਛੱਡ ਕੇ ਵਿਦੇਸ਼ ਜਾਂਦੇ ਆ, ਵਿਦੇਸ਼ਾਂ ਦੇ ਵਿੱਚ ਬੈਠੇ ਆ, ਬਹੁਤ ਲੰਬੇ ਸਮੇਂ ਤੋਂ ਬੈਠੇ ਆ, ਜਿਵੇਂ ਤੁਸੀਂ ਬੈਠੇ ਸੀ, ਦਿਲ ਦੇ ਵਿੱਚ ਇੱਕ ਚੀਜ਼ ਤਾਂ ਕਿਤੇ ਨਾ ਕਿਤੇ ਹੈਗੀ ਆ ਕਿ ਜਿਹੜੀ ਮਿੱਟੀ ਨੇ ਸਾਨੂੰ ਜਨਮ ਦਿੱਤਾ, ਜਿਹੜੀ ਮਿੱਟੀ ਦੇ ਵਿੱਚ ਅਸੀਂ ਵੱਡੇ ਹੋਏ ਆ, ਜਿੱਥੇ ਪੜ੍ਹੇ ਆ, ਜਿੱਥੇ ਲਿਖੇ ਆ, ਉਹ ਮਿੱਟੀ ਦੇ ਵਿੱਚ ਵਾਪਸ ਜਾਣਾ। ਪਰ ਵਾਪਸ ਜਾਣ ਦਾ ਉਦਮ ਕਿਵੇਂ ਕਰੀਏ, ਵਾਪਸ ਜਾਈਏ ਕਿਵੇਂ, ਉਹਨਾਂ ਨੂੰ ਕੀ ਕਹਿਣਾ ਕੀ ਚਾਹੋਗੇ ਉਹਨਾਂ ਨੂੰ? ਵੀਰ ਜੀ ਉਹ ਉਦਮ ਤਾਂ ਚਲੋ ਹਰ ਇੱਕ ਬੰਦੇ ਦੀ ਆਪਣੀ ਪਰਸਨਲ ਲਾਈਫ ਆ ਨਾ, ਉਸ ਹਿਸਾਬ ਨਾਲ ਹੀ ਕਰ ਸਕਦਾ। ਪਰ ਮੈਂ ਇੰਨਾ ਜ਼ਰੂਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਜ਼ਿਮੀਂਦਾਰ, ਉਹਨਾਂ ਨੂੰ ਮੈਂ ਇੱਕ ਜ਼ਰੂਰ ਕਹਿਣਾ ਚਾਹੂੰਗਾ ਵੀ ਜਿਹੜੀਆਂ ਪੈਲੀਆਂ ਜ਼ਮੀਨਾਂ ਤੁਸੀਂ ਇੱਥੇ ਠੇਕੇ 'ਤੇ ਦਿੱਤੀਆਂ ਹੋਈਆਂ ਆ, ਉਹਨਾਂ ਜ਼ਿਮੀਂਦਾਰਾਂ ਨੂੰ ਕੁਛ ਨਾ ਕੁਛ ਛੂਟ ਕਰੋ ਵੀ ਉਹ ਕੈਮੀਕਲ ਘਟਾਉਣ। ਤੁਸੀਂ ਆਪਣਾ ਠੇਕਾ ਘਟਾ ਦਿਓ, ਕੈਮੀਕਲ ਘਟਾ ਦੇਣ, ਠੀਕ ਹੈ ਜੀ। ਜਾਂ ਤੁਸੀਂ ਇੱਕ ਅੱਧਾ ਕਿੱਲੇ ਦਾ ਠੇਕਾ ਨਾ ਲਓ ਉਹਨਾਂ ਤੋਂ, ਤੇ ਉਹਨਾਂ ਨੂੰ ਕਹੋ ਵੀ ਤੁਸੀਂ ਇਹ ਕੈਮੀਕਲ ਰਹਿਤ ਕਰਨਾ ਆ ਹਨਾ। ਜਾਂ ਯਾਨੀ ਥੋੜ੍ਹਾ ਜੇ ਤੁਸੀਂ ਉੱਥੇ ਬੈਠੇ ਵੀ ਕਰ ਸਕਦੇ ਆ, ਜਿਹੜਾ ਕੋਈ ਨਹੀਂ ਵੀ ਨਾ ਮੁੜ ਸਕਦਾ, ਉੱਥੇ ਬੈਠੇ ਵੀ ਤੁਸੀਂ ਆਪਣੀ ਇੱਥੇ ਕੈਮੀਕਲ ਨੂੰ ਘਟਾ ਸਕਦੇ ਆ। ਅਤੇ ਜੇ ਤੁਸੀਂ ਕੈਮੀਕਲ ਘਟਵਾ ਦਿਓ ਆਪਦੇ ਖੇਤਾਂ ਦੇ ਵਿੱਚੋਂ, ਇਹੀ ਇੱਕ ਬਹੁਤ ਵੱਡਾ ਯੋਗਦਾਨ ਹੋਊਗਾ ਪੰਜਾਬ ਨੂੰ ਬਚਾਉਣ ਦੇ ਵਿੱਚ। ਪੰਜਾਬ ਦੇ ਪਾਣੀ ਵੀ ਬਚਣੇ, ਸਾਰਾ ਕੁਝ ਹੀ ਬਚਣਾ ਹੀ ਜੇ ਕੈਮੀਕਲ ਤੁਹਾਡੇ ਪੈਣਾ ਘੱਟ ਗਿਆ। ਤੁਸੀਂ 1 ਸਾਲ ਲਈ ਆਪਣਾ ਇੱਕ ਅੱਧਾ ਕਿੱਲਾ ਠੇਕੇ 'ਤੇ ਬੇਸ਼ੱਕ ਨਾ ਦਿਓ, 6 ਮਹੀਨਿਆਂ ਲਈ ਨਾ ਦਿਓ, ਉਹਨੂੰ ਵਿਹਲਾ ਪਿਆ ਰਹਿਣ ਦਿਓ, ਹਰੀ ਖਾਦ ਬਿਜਵਾ ਦਿਓ ਕਿਸੇ ਤੋਂ। ਬਥੇਰਾ ਇੱਥੇ ਅੱਜ ਕੱਲ੍ਹ ਤਾਂ ਕਿਰਾਇਆਂ 'ਤੇ ਸਭ ਕੁਝ ਹੋਈ ਜਾਂਦਾ ਹੈ ਨਾ, ਉੱਥੇ ਬੈਠੇ ਵੀ ਕਰ ਸਕਦੇ ਆਪਾਂ, ਕੋਈ ਜ਼ਰੂਰੀ ਨਹੀਂ। ਬਹੁਤ ਸਾਰੀਆਂ ਫੈਮਲੀਆਂ ਆ ਜਿਹੜੇ ਮੁੜਨੇ ਚਾਹੁੰਦੇ ਪਰ ਮੁੜ ਨਹੀਂ ਸਕਦੇ, ਉਹ ਬੱਚੇ ਵੱਡੇ ਹੋ ਗਏ ਆ, ਉਹਨਾਂ ਦਾ ਫਰੈਂਡ ਸਰਕਲ ਆ, ਸਾਰਾ ਕੁਛ ਹੈ ਨਾ। ਬੱਚਿਆਂ ਨੂੰ ਛੱਡ ਕੇ ਬੰਦਾ ਕਿਵੇਂ ਮੁੜੇ ਹੁਣ, ਅੰਡਰਸਟੈਂਡਿੰਗ ਹੈ ਨਾ। ਅਤੇ ਪਰ ਉੱਥੇ ਬੈਠੇ ਵੀ ਕਰ ਸਕਦੇ ਆ ਜੀ। ਅੱਛਾ ਬਾਈ, ਜੇ ਕੋਈ ਰਾਬਤਾ ਕਰਨਾ ਚਾਹੁੰਦਾ ਤੁਹਾਡੇ ਨਾਲ, ਮੈਂ ਚਾਹੂੰਗਾ ਇੱਕ ਵਾਰੀ ਤਾਂ ਸੰਪਰਕ ਨੰਬਰ ਜ਼ਰੂਰ ਬੋਲ ਦਿਓ। ਦੂਜੀ ਗੱਲ, ਐਡਰੈਸ ਜਿਹੜਾ ਜ਼ਰੂਰ ਦੱਸ ਦਿਓ, ਜਿਹੜਾ ਕੋਈ ਵੀਰ ਭਰਾ ਆ ਕੇ ਵਿਜ਼ਿਟ ਕਰਨਾ ਚਾਹੁੰਦਾ, ਦੇਖਣਾ ਚਾਹੁੰਦਾ ਆ, ਕਿ ਜਾਂ ਕੋਈ ਸ਼ੁਰੂਆਤ ਕਰਨੀ ਆ, ਉਹ ਵੀ ਦੇਖੇ ਕਿ ਮੈਂ ਵੀ ਯਾਰ ਇਸ ਪਿੰਡ ਦੇ ਵਿੱਚ ਜਾ ਕੇ ਦੇਖਾਂ ਬਾਈ ਦਾ ਕਿੱਦਾਂ ਪ੍ਰੋਜੈਕਟ। ਉਸ ਤੋਂ ਬਾਅਦ ਐਡਰੈਸ ਪਤਾ ਜਿਹੜਾ ਪੂਰਾ ਦੱਸ ਦਿਓ ਜੀ। ਹਾਂਜੀ, ਫੋਨ ਨੰਬਰ ਹੈਗਾ ਜੀ 99 15 27 2209। ਇੱਕ ਵਾਰੀ ਹੋਰ ਬੋਲ ਦਿਓ। ਹਾਂਜੀ, 99 15 27 2209। ਅਤੇ ਹਾਂਜੀ ਹਾਂਜੀ, ਏਰੀਆ ਇਹ ਹੈਗਾ ਜੀ ਮੋਗੇ ਤੋਂ ਤਰਨਤਾਰਨ ਰੋਡ ਉੱਤੇ ਪੈਂਦਾ ਜੀ। ਮੋਗੇ ਤੋਂ ਜੋ ਆਪਾਂ ਤਰਨਤਾਰਨ ਨੂੰ ਜਾਂਦੇ ਹਾਂ ਮੇਨ ਰੋਡ ਦੇ ਉੱਤੇ, ਇਹਦੇ ਮੰਦਰਾਂ ਪਿੰਡ ਆਉਂਦਾ ਆ, ਉੱਥੋਂ 2 ਕਿਲੋਮੀਟਰ 'ਤੇ ਆ, ਯਾਨੀ ਮੇਨ ਰੋਡ ਤੋਂ 2 ਕਿਲੋਮੀਟਰ 'ਤੇ ਹੀ ਹਟਵਾਂ ਆ, ਕੋਈ ਜ਼ਿਆਦਾ ਦੂਰ ਨਹੀਂ। ਜੇ ਕੋਈ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦਾ ਜਾਂ ਤਰਨਤਾਰਨ ਜਾਂਦਾ ਆ, ਅਤੇ ਆਪਾਂ ਸਿਰਫ 2 ਕਿਲੋਮੀਟਰ 'ਤੇ ਹੀ ਆ ਉਹਨਾਂ ਤੋਂ। ਕਿਲੀ ਗਾਂਧਰਾ ਪਿੰਡ ਦਾ ਨਾਂ ਹੈ ਜੀ। ਹਾਂਜੀ। ਔਰ ਫਾਰਮ ਦਾ ਨਾਮ ਕੀ ਹੈ ਜੀ? ਚੜ੍ਹਦੀ ਕਲਾ ਕੁਦਰਤੀ ਖੇਤੀ। ਇਹਦੇ ਪਿੱਛੇ ਕੀ ਕਹਾਣੀ ਆ? ਇਹ ਗੁਰਪ੍ਰੀਤ ਭਾਜੀ ਉਹਨਾਂ ਦੀ ਦੇਣ ਨਹੀਂ ਆ ਅਸਲ ਦੇ ਵਿੱਚ। ਇਹ ਕਹਿੰਦੇ ਚੜ੍ਹਦੀ ਕਲਾ 'ਚ ਹੀ ਰਹਿਣਾ ਆ, ਢਹਿੰਦੀ ਕਲਾ 'ਤੇ ਨਹੀਂ ਜਾਣਾ ਹੈਗਾ, ਸੋ ਇਸ ਕਰਕੇ ਚੜ੍ਹਦੀ ਕਲਾ ਕੁਦਰਤੀ ਖੇਤੀ ਰੱਖਤਾ ਜੀ ਅਸੀਂ। ਹਾਂਜੀ ਬਾਈ ਜੀ, ਕੀ ਸੁਨੇਹਾ ਹੋਊਗਾ ਕੀ ਸ਼ਬਦਾਂ ਦੇ ਵਿੱਚ? ਬਸ ਇਹੀ ਆ ਵੀ ਪੰਜਾਬ ਜਿਹੜਾ ਹੈਗਾ ਚੜ੍ਹਦੀ ਕਲਾ ਦਾ ਨਾਮ ਹੈ। ਇੱਥੇ ਢਹਿੰਦੀ ਕਲਾਂ ਵਾਲੀਆਂ ਗੱਲਾਂ ਨਾ ਤਾਂ ਹੋਣੀਆਂ ਚਾਹੀਦੀਆਂ ਤੇ ਨਾ ਅੱਗੇ ਹੋਣੀਆਂ ਚਾਹੀਦੀਆਂ। ਇਸ ਕਰਕੇ ਇਹ ਆ ਕਿ ਜਿਹੜੇ ਵੀ ਪੰਜਾਬੀ ਹੈਗੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ, ਅਤੇ ਜਿਹੜੀਆਂ ਚੀਜ਼ਾਂ ਉਹਦੇ 'ਚ ਦਿੱਕਤ ਖੜੀ ਕਰਦੀਆਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਸਾਈਡ ਲਾਈਨ ਕਰਨ, ਅਤੇ ਪੰਜਾਬ ਦੀ ਚੜ੍ਹਦੀ ਕਲਾ ਦਾ ਜਿਹੜਾ ਸਿੱਧਾ ਰਾਹ ਹੈਗਾ ਉਹ ਸਾਂਝੀ ਸਹਿਯੋਗੀ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਖੇਤੀ 'ਚੋਂ ਨਿਕਲਦਾ, ਅਤੇ ਇੱਥੇ ਅਸੀਂ ਉਹੀ ਖੇਤੀ ਕਰਦੇ ਪਏ ਹਾਂ। ਅਤੇ ਸਾਡਾ ਇਹ ਮੰਨਣਾ, ਸਾਡਾ ਦ੍ਰਿੜ ਵਿਸ਼ਵਾਸ ਹੈ ਗੁਰੂ ਸਾਹਿਬ 'ਤੇ ਅਤੇ ਗੁਰੂਆਂ ਦਾ ਜਿਹੜਾ ਫਲਸਫਾ ਉਹਦੇ 'ਤੇ, ਕਿ ਜਿਹੜਾ ਬੰਦਾ ਗੁਰੂ ਫਲਸਫੇ ਮੁਤਾਬਕ ਚੱਲੇਗਾ ਜੀਵਨ ਦੇ ਵਿੱਚ, ਆਪਣੀ ਖੇਤੀ ਦੇ ਵਿੱਚ, ਉਹਦੀ ਕਲਾ ਚੜ੍ਹਦੀ ਹੀ ਰਹੂਗੀ। ਅਤੇ ਸਾਰੇ ਪੰਜਾਬ ਦੀ ਅਸੀਂ ਚੜ੍ਹਦੀ ਕਲਾ ਹੀ ਮੰਗਦੇ ਹਾਂ, ਅਤੇ ਉਹਦੇ ਲਈ ਤੁਹਾਨੂੰ ਆਪ ਨੂੰ ਵੀ ਤਰਦੱਦ ਕਰਨਾ ਪਊਗਾ ਜਿਵੇਂ ਬਾਈ ਨੇ ਕੀਤਾ। ਜੀ ਜੀ। ਸੋ ਬਾਈ, ਧੰਨਵਾਦ ਕਰਦੇ ਹਾਂ ਤੁਹਾਡਾ, ਅਤੇ ਤੁਹਾਡੇ ਵਰਗੇ ਭਰਾਵਾਂ ਨੂੰ ਸਲਾਮ ਵੀ, ਸਲੂਟ ਵੀ ਕਰਦੇ ਹਾਂ, ਜਿਹੜੇ ਉਹ ਮੁਲਕ, ਠੰਡੇ ਮੁਲਕ ਛੱਡ ਕੇ ਵਾਪਸ ਆਪਣੀ ਧਰਤੀ 'ਤੇ ਆਏ ਨੇ। ਉਹਨਾਂ ਮੁਲਕਾਂ ਨੇ ਵੀ ਹਾਲਾਂਕਿ ਪੰਜਾਬ ਨੂੰ ਬੜਾ ਕੁਝ ਦਿੱਤਾ, ਸਾਡੇ ਪੰਜਾਬੀਆਂ ਨੂੰ ਬੜਾ ਕੁਝ ਦਿੱਤਾ, ਅਤੇ ਉਹ ਵੀ ਮੁਲਕ ਮਾੜੇ ਨਹੀਂ, ਉਹਨਾਂ ਨੇ ਬੜਾ ਕੁਝ ਦਿੱਤਾ, ਪੈਰਾਂ ਸਿਰ ਖੜਾ ਕੀਤਾ, ਪਰ ਵਾਪਸ ਆਪਣੀ ਧਰਤੀ ਤੁਸੀਂ ਕਮਾ ਕੇ ਜਿਹੜਾ ਆਏ ਹੋ, ਤੁਹਾਨੂੰ ਵੀ ਸਲਾਮ, ਸਾਡੀ ਟੀਮ ਦੇ ਵੱਲੋਂ ਸਲੂਟ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਜਿਹੜੀ ਹੈਗੀ ਆ, ਉਹ ਬਣਦੀ ਸੀ। ਕਿਉਂ ਬਣਦੀ ਸੀ? ਕਿਉਂਕਿ ਜੇਕਰ ਅੱਜ ਕਿਸੇ ਬੱਚੇ ਨੂੰ ਪੁੱਛ ਲਈਏ ਜਿਹੜਾ 6ਵੀਂ 7ਵੀਂ ਦੇ ਵਿੱਚ ਆ ਜਾਂ 10ਵੀਂ ਦੇ ਵਿੱਚ ਆ ਕਿ ਪੁੱਤਰਾ ਕਰਨਾ ਕੀ ਆ, ਤਾਂ ਇੱਕੋ ਜਵਾਬ ਹੁੰਦਾ ਆ ਕਿ ਪੜ੍ਹਨਾ ਲਿਖਣਾ ਆ, 12ਵੀਂ ਕਰਨੀ ਆ, ਉਸ ਤੋਂ ਬਾਅਦ ਵਿਦੇਸ਼ ਵੱਲ ਰੁੱਖ ਕਰਨਾ ਹੈ, ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਹੈ, ਮੋਟੇ ਡਾਲਰ ਕਮਾਉਣੇ ਆ। ਪਰ ਅੱਜ ਇੱਕ ਵੀਰ ਦੀ ਕਹਾਣੀ ਉਹ ਦਿਖਾਈ ਆ ਜਿਹੜਾ ਵਿਦੇਸ਼ਾਂ ਦੇ ਵਿੱਚ 23 ਸਾਲ ਕੈਨੇਡਾ ਦੇ ਵਿੱਚ ਰਿਹਾ, 23 ਸਾਲ ਕੈਨੇਡਾ ਦੇ ਵਿੱਚ ਡਾਲਰ ਕਮਾਏ, ਪਰ ਉਸ ਤੋਂ ਬਾਅਦ ਸੋਚਿਆ ਕਿ ਨਹੀਂ, ਇਹ ਮੁਲਕ ਭਾਵੇਂ ਸੋਹਣਾ ਆ, ਇਹ ਮੁਲਕ ਨੇ ਭਾਵੇਂ ਮੈਨੂੰ ਬਹੁਤ ਕੁਝ ਦਿੱਤਾ ਆ, ਪਰ ਮੈਂ ਵਾਪਸ ਆਪਣੀ ਧਰਤੀ 'ਤੇ ਹੀ ਜਾਣਾ ਆ, ਉਸੇ ਜ਼ਮੀਨ ਦੇ ਵਿੱਚੋਂ ਜਿਹੜਾ ਹੈਗਾ ਆ ਸੋਨਾ ਉਗਾਉਣਾ ਹੈ, ਉਸੇ ਜ਼ਮੀਨ ਦੇ ਵਿੱਚੋਂ ਫਸਲ ਉਗਾ ਕੇ ਜਿਹੜੀ ਹੈਗੀ ਆ ਉਹ ਆਪਣੇ ਪੰਜਾਬ ਨੂੰ ਜ਼ਹਿਰ ਮੁਕਤ ਜਿਹੜਾ ਕਰਨਾ, ਜਿੰਨਾ ਕੁ ਮੈਂ ਕਰ ਸਕਦਾ। ਸੋ ਬਾਈ ਹੋਰਾਂ ਦਾ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਹੈ। ਕਿਲੀ ਗਾਂਧਰਾ ਜਿਹੜਾ ਹੈਗਾ ਉਹ ਪਿੰਡ ਆ, ਕਿਲੀ ਗਾਂਧਰਾ ਦੇ ਵਿੱਚ ਚੜ੍ਹਦੀ ਕਲਾ ਆਰਗੈਨਿਕ ਫਾਰਮ ਆ, ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਚੈਨਲ ਦੇ ਨਾਲ ਸੰਪਰਕ ਕਰਕੇ ਤੁਸੀਂ ਬਾਈ ਹੋਰਾਂ ਦਾ ਸੰਪਰਕ ਨੰਬਰ ਜਿਹੜਾ ਹੈਗਾ
ਉਹ ਲੈ ਸਕਦੇ ਹੋ। ਜੇਕਰ ਇਸ ਤਰ੍ਹਾਂ ਦੀ ਕੋਈ ਕਹਾਣੀ ਤੁਹਾਡੇ ਵੀ ਆਲੇ ਦੁਆਲੇ ਹੈਗੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਔਰ ਰਾਬਤਾ ਜ਼ਰੂਰ ਕਰਿਓ। ਕੋਸ਼ਿਸ਼ ਕਰਾਂਗੇ ਕਿ ਅਜਿਹੀ ਕਹਾਣੀ ਲੋਕਾਂ ਦੇ ਨਾਲ, ਸਰੋਤਿਆਂ ਦੇ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਜਿਹੜੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁੱਖ ਜਿਹੜਾ ਹੈਗਾ ਉਹ ਕਰ ਰਹੇ ਆ ਤਾਂ ਉਹ ਮੁੜ ਪੰਜਾਬ ਦੀ ਧਰਤੀ ਨੂੰ ਜਿਹੜਾ ਹੈ ਹਰਾ ਭਰਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਉਹ ਰੱਖਣ। ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ। ਆਪਣੇ ਦੋਸਤ ਜਸ ਕਰੇਵਾਲ ਦਿਓ ਇਜਾਜ਼ਤ। ਧੰਨਵਾਦ ਜੀ।